ਮੇਰਾ ਵੀ ਚਲੋ ਰਿਸ਼ਤੇਦਾਰ ਹੀ ਸੀਗਾ, ਉਹ ਵੀ ਹੈ ਨਾ ਵਿਚਾਰਾ ਨਸ਼ੇ 'ਚ ਪੈ ਗਿਆ। ਉਹਦੀ ਮੈਨੂੰ ਮਾਂ ਦਾ ਫੋਨ ਆਇਆ ਵਿਚਾਰੀ ਰੋਂਦੀ ਦਾ, ਕਹਿੰਦੀ ਵੀ ਮੇਰੇ ਮੁੰਡੇ ਨੇ ਮੇਰਾ ਸਿਰ ਪਾੜ ਦਿੱਤਾ, ਕੁੱਟ ਕੇ ਘਰੋਂ ਕੱਢਤਾ ਤੇ ਬਾਪ ਦੀ ਦਾੜੀ ਪੱਟੀ ਆ। ਉੱਥੇ ਹੁਣ ਨਾ ਤਾਂ ਕੋਈ ਪੁਲਿਸ ਪ੍ਰਸ਼ਾਸਨ ਪਹੁੰਚਦਾ, ਉਹ ਕਹਿੰਦੇ ਜੀ ਅਸੀਂ ਕੀ ਹੈ ਨਾ ਕਰੀਏ, ਤੁਹਾਡਾ ਘਰ ਦਾ ਮਾਮਲਾ ਸੁਲਝਾਓ ਤੁਸੀਂ। ਤੇ ਫਿਰ ਮੈਂ ਸੈਂਟਰ ਵਾਲੇ ਨੂੰ ਫੋਨ ਕੀਤਾ ਜੀ, ਉਹ ਤਾਂ ਭਾਜੀ ਰੱਬ ਵਾਂਗੂ ਪਹੁੰਚੇ ਸਾਡੇ ਕੋਲ, ਤੇ ਅਸੀਂ ਉਹਨਾਂ ਨੂੰ ਕਿੱਦਾਂ ਮਾੜਾ ਕਹਿ ਦਈਏ। ਪੰਜਾਬ ਵਿੱਚ ਇਹ ਨਸ਼ੇ ਦੀ ਖੱਪ ਹੁੰਦੀ ਸਾਰੀ ਬਾਰਡਰੋਂ ਪਾਰ ਤੋਂ ਨਹੀਂ ਹੁੰਦੀ, ਦਿੱਲੀੋਂ ਬਹੁਤ ਨਸ਼ਾ ਹੁੰਦਾ ਆ, ਕਿਉਂਕਿ ਅਸੀਂ ਆਪ ਕਰਦੇ ਨੇ, ਸਾਨੂੰ ਪਤਾ ਆ। ਅਸੀਂ ਜਦੋਂ ਕਰਦੇ ਹੁੰਦੇ ਸੀ ਸਾਨੂੰ ਤਾਂ ਜਦੋਂ ਪਹਿਲੀ ਲੀਕ ਲਾ ਕੇ ਪਤਾ ਲੱਗ ਜਾਂਦਾ ਹੁੰਦਾ ਸੀ ਵੀ ਇਹ ਜਿਹੜਾ ਨਸ਼ਾ ਆ ਇਹ ਪਾਰ ਵਾਲਾ ਆ ਕਿ ਇਹ ਦਿੱਲੀ ਵਾਲਾ ਆ। ਅੱਛਾ ਹਾਂ, ਤੇ ਉਹ ਜਦ ਦਿੱਲੀੋਂ ਉਦੋਂ ਨਹੀਂ ਤੁਸੀਂ ਬੰਦ ਕਰਾਇਆ ਜਦ ਤੁਹਾਡੀ ਉੱਥੇ ਸਰਕਾਰ ਸੀ, ਹੁਣ ਤੁਸੀਂ ਸਵਾਹ ਬੰਦ ਕਰਾਉਣਾ। 10 ਦਿਨ ਪਹਿਲਾਂ ਉਹਨਾਂ ਦੇ ਸੈਂਟਰ ਵਾਲੇ ਦੇ ਕੋਈ ਕਾਰਵਾਈ ਹੋ ਗਈ ਤੇ ਉਹਨਾਂ ਦਾ ਸੈਂਟਰ ਬੰਦ ਹੋ ਗਿਆ। ਫੇਰ ਆ ਕੇ ਉਹ ਉਹੀ ਕੁਝ ਕਰ ਰਿਹਾ, ਮਾਂ ਨੂੰ ਕੁੱਟ ਰਿਹਾ ਆ, ਪਿਓ ਨੂੰ ਕੁੱਟ ਰਿਹਾ ਆ, ਸਿਲੰਡਰ ਵੇਚ ਦਿੱਤਾ, ਘਰ ਦੇ ਭਾਂਡੇ ਤੱਕ ਪਿੱਤਲ ਦੇ ਪਏ ਹੁੰਦੇ ਘਰਾਂ 'ਚ ਉਹ ਵੀ ਚੱਕ ਵੇਚ ਦਿੱਤੇ ਆ। ਇਹ ਦਰਖਤ ਦੀ ਜੜ ਉੱਤੇ ਨਹੀਂ ਅਟੈਕ ਕਰ ਰਿਹਾ, ਇਹ ਬਸ ਆ ਮਾੜੇ ਮੋਟੇ ਪੱਤੇ ਝਾੜਤੇ, ਉਹ ਪੱਤੇ ਤਾਂ ਫੇਰ ਆ ਜਾਣੇ ਆ, ਪੱਤਝੜ ਵਿੱਚ ਪੱਤੇ ਹਮੇਸ਼ਾ ਝੜਦੇ ਆ, ਪਰ ਬਸੰਤ ਰੁੱਤ ਆਉਣ ਤੇ ਫੇਰ ਖੜ ਜਾਂਦੇ ਆ। ਜੇਲ੍ਹ ਵਿੱਚ 4 ਦੀਵਾਰੀ ਆ, ਉਹ 4 ਦੀਵਾਰੀ ਵਿੱਚ ਹੀ ਨਹੀਂ ਇਹਨਾਂ ਤੋਂ ਨਸ਼ਾ ਬੰਦ ਹੁੰਦਾ, ਤੇ ਇਹਨਾਂ ਨੇ ਬਾਹਰ ਕੀ ਕਰਾਉਣਾ? ਇਹ ਸਿਰਫ ਇੱਕ ਲੋਕ ਦਿਖਾਵੇ ਆ। ਦਵਾਈ ਦੀ ਗੱਲ ਕਰਦੇ ਵੀ ਜੀਭ ਵਾਲੀ ਗੋਲੀ ਦੇ ਨਾਮ ਤੋਂ ਜਿਹੜੀ ਮਸ਼ਹੂਰ ਹੈ ਅੱਜ ਕੱਲ੍ਹ, ਉਹ ਅੱਜ ਕੱਲ੍ਹ ਲੈ ਕੇ ਉੱਥੋਂ ਹੈ ਨਾ, ਮੈਂ ਵੀ ਦੇਖਦਾ ਸਮਾਜ 'ਚ ਵਿਚਰਦੇ, ਆਪਾਂ ਨੂੰ ਪਤਾ ਸਾਰਾ ਜੀ ਹੈ ਨਾ, ਉਹ ਲੈ ਕੇ ਸਰਿੰਜਾਂ 'ਚ ਪਾ ਕੇ ਲਾਉਂਦੇ ਆ ਆਪਣੇ ਉਹਨੂੰ ਹੈ ਨਾ, ਮਿਲਟ ਕਰ ਲੈਂਦੇ ਆ, ਸਰਿੰਜ 'ਚ ਪਾ ਕੇ ਲਾਉਂਦੇ ਆ। ਗੋਲੀ ਉੱਥੋਂ ਤਾਂ ਮਿਲੀ ਜਾਂਦੀ ਆ, ਸਰਿੰਜਾਂ ਇਹਨਾਂ ਨੂੰ ਮਿਲਦੀਆਂ ਨਹੀਂ ਹੈਗੀਆਂ। ਉਹ ਇੱਕ ਦੂਜੇ ਦੀਆਂ 10-10 ਬੰਦੇ ਵੀ ਸਰਿੰਜਾਂ ਲਾਉਂਦੇ ਆ। ਆਉਣ ਵਾਲੇ ਸਮੇਂ ਦੇ ਵਿੱਚ 10 ਸਾਲਾਂ ਦੇ ਵਿੱਚ HIV ਦਾ ਇੰਨਾ ਕੁ ਜ਼ਿਆਦਾ ਸਿਸਟਮ ਵੱਧ ਜਾਣਾ ਨਾ, ਤੁਸੀਂ ਸੋਚ ਨਹੀਂ ਸਕਦੇ। ਡੀ ਐਡਿਕਸ਼ਨ ਸੈਂਟਰ ਆ, ਉਹਨਾਂ ਉੱਤੇ ਵੀ ਰੇਡਾਂ ਪੈਂਦੀਆਂ। ਹੁਣ ਚੰਨੀ ਸਾਹਿਬ ਦੇ ਟਾਈਮ ਤੇ ਉਹਨਾਂ ਨੂੰ ਲਾਇਸੈਂਸ ਦੇਣੇ ਬੰਦ ਕਰ ਦਿੱਤੇ ਗਏ ਸੀ। ਉੱਥੋਂ ਲਾ ਲਓ ਵੀ ਆ ਬੰਦੇ ਚੱਕ ਲਏ ਇਹਨਾਂ ਨੇ, ਚੱਕ ਕੇ ਤੇ ਇਹ ਲੈ ਜਾਂਦੇ ਆ ਸਿਵਲ ਹਸਪਤਾਲ 'ਚ। ਸਿਵਲ ਹਸਪਤਾਲ 'ਚ ਲਿਜਾ ਕੇ ਘਰਦਿਆਂ ਤੋਂ ਮੰਗਾਉਂਦੇ ਆ ਆਧਾਰ ਕਾਰਡ ਮੰਗਾ ਕੇ ਤੇ ਆਪਣੇ ਆંકੜੇ ਪੂਰੇ ਕਰ ਲੈਂਦੇ। ਹਾਂ ਵੀ ਅਸੀਂ ਆ ਯੁੱਧ ਨਸ਼ਿਆਂ ਵਿਰੁੱਧ ਦੇ ਵਿੱਚ ਇੰਨੇ ਬੱਚਿਆਂ ਦੇ ਜਿਹੜੇ ਆ ਨਸ਼ਾ ਜਿਹੜਾ ਆ ਉਹ ਛੜਾਇਆ। ਹਾਂ, ਫਿਰ ਉਹ ਘਰੇ ਭੇਜ ਦਿੰਦੇ ਆ। ਉਹ ਗੋਲੀ ਦਾ ਇੱਕ ਸਹਾਰਾ ਆ ਵੀ ਸਵੇਰ ਨੂੰ ਸੁੱਤੇ ਉੱਠ ਕੇ ਪੈਸੇ ਨਹੀਂ ਹੋਣੇ, ਹਸਪਤਾਲ ਜਾਓ ਜੀ, ਗੋਲੀ ਲਿਆਓ, ਜੀਭ ਥੱਲੇ ਰੱਖੋ, ਸ਼ਾਮ ਤੱਕ ਜਦੋਂ ਪੈਸੇ ਹੋ ਗਏ ਤੇ ਆਪਣੇ ਨਸ਼ੇ ਦਾ ਪ੍ਰਬੰਧ ਕਰਕੇ ਨਸ਼ਾ ਕਰ ਲਓ। ਉੱਥੇ ਹੁਣ ਜਿਹੜੀਆਂ 3-4 ਗੋਲੀਆਂ ਲੱਗੀਆਂ, ਉਹ ਅਗਲਾ 2-3 ਦਿਨਾਂ ਦੀਆਂ ਗੋਲੀਆਂ ਇਕੱਠੀਆਂ ਕਰਦਾ, ਉੱਥੇ 80-80 ਰੁਪਏ ਨੂੰ ਵੇਚੀ ਜਾਂਦੇ, ਬਾਹਰ ਵੇਚਦੇ ਆ। 500 ਰੁਪਈਆ ਅਗਲੇ ਨੇ ਇਕੱਠਾ ਕਰ ਲਿਆ, ਅਗਲੇ ਨੇ ਸਮਾਨ ਲਾ ਲੈਣਾ ਉਹਦਾ, ਨਸ਼ੇ ਸਵਾਹ ਛੱਡਣੇ ਆ। ਉੱਥੇ ਦੇਖੋ, ਮੈਨੂੰ ਨਹੀਂ ਪਤਾ ਸੈਂਟਰ ਸਹੀ ਆ, ਮੈਨੂੰ ਨਹੀਂ ਪਤਾ ਗਲਤ ਆ, ਪਰ ਮੈਨੂੰ ਇੰਨਾ ਪਤਾ ਵੀ ਸਾਡੇ ਸਮਾਜ ਦੇ ਵਿੱਚ ਜਿਹੜੇ ਵੀ ਨਸ਼ੇ ਵਾਲੇ ਬੰਦੇ ਆ, ਜਿੰਨੇ ਅਮਲੀ ਬੰਦੇ ਆ, ਉਹ ਵਿਚਾਰੇ ਸੈਂਟਰਾਂ ਵਾਲਿਆਂ ਨੇ ਸਾਂਭੇ ਹੋਏ ਆ। ਇਹ ਉਹ ਬੰਦੇ ਸਾਂਭੇ ਆ ਸੈਂਟਰ ਵਾਲਿਆਂ ਨੇ, ਵੀ ਜਿਨ੍ਹਾਂ ਨੇ ਸਮਾਜ ਵਿੱਚ ਰਹਿ ਕੇ ਜਾਂ ਤਾਂ ਕੋਈ ਚੋਰੀ ਕਰਨੀ ਆਪਣੇ ਨਸ਼ੇ ਦੀ ਪੂਰਤੀ ਕਰਨ ਲਈ, ਜਾਂ ਉਹਨਾਂ ਨੇ ਕੋਈ ਹੈ ਨਾ ਲੁੱਟਾਂ ਖੋਹਾਂ ਕਰਨੀਆਂ ਆ। ਰਾਤਾਂ ਨੂੰ ਸੜਕਾਂ 'ਤੇ ਖੜ ਜਾਂਦੇ ਆ, 8 ਵਜੇ ਤੋਂ ਬਾਅਦ ਤੁਸੀਂ ਬਾਹਰ ਨਹੀਂ ਨਿਕਲ ਸਕਦੇ। ਇਹ ਜਿਹੜੀਆਂ ਲੁੱਟਾਂ ਖੋਹਾਂ ਹੁੰਦੀਆਂ ਕੌਣ ਕਰਦਾ? ਕਿਹਾ ਜਾਂਦਾ ਨਾ ਡਰੱਗ ਡੀ ਐਡਿਕਸ਼ਨ ਸੈਂਟਰ ਵੀ ਕਮਾਈ ਦਾ ਧੰਦਾ ਬਣ ਚੁੱਕੇ ਨੇ, ਜਾਂ ਫਿਰ ਉੱਥੇ ਨੌਜਵਾਨਾਂ ਨੂੰ ਕੁੱਟ ਕੇ ਨਸ਼ਾ ਛਡਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਵੀ ਸੈਂਟਰਾਂ ਦੇ ਵਿੱਚ ਕੁੱਟਮਾਰ ਹੁੰਦੀ ਆ, ਇਦਾਂ ਕਰਦੇ ਆ, ਹੈ ਨਾ। ਤੇ ਵੀਰ ਜੀ, ਸੋਚਣ ਵਾਲੀ ਗੱਲ ਇਹ ਆ ਵੀ ਜਦੋਂ ਆਪਾਂ ਆਪਣੀ ਮਾਂ ਦਾ ਸਿਰ ਪਾੜਦੇ ਆ, ਉਦੋਂ ਨਹੀਂ ਸਾਨੂੰ ਤਸ਼ੱਦਦ ਦੀਦਾ, ਉਦੋਂ ਨਹੀਂ ਸਾਨੂੰ ਕੁੱਟਮਾਰ ਦੀਦੀ। ਤੁਸੀਂ ਅੱਜ ਵੀ ਮੇਰੇ ਨਾਲ ਜਾ ਕੇ ਦੇਖ ਲੈਂਦੇ ਆਪਾਂ ਸਿਵਲ ਹਸਪੀਟਲ ਜਿਹੜਾ ਇਹਨਾਂ ਦਾ ਡਰੱਗ ਡੀ ਐਡਿਕਸ਼ਨ ਸੈਂਟਰ ਬਣਿਆ, ਕਿੰਨੇ ਉੱਥੇ ਬੱਚੇ ਦਾਖਲੇ। ਇਹ ਚਲਾ ਤਾਂ ਰਿਹਾ ਵੀ ਯੁੱਧ ਨਸ਼ਿਆਂ ਵਿਰੁੱਧ, ਦਾਖਲ ਉੱਥੇ ਕੋਈ ਨਹੀਂ ਹੋਣਾ। ਜੇ ਆਪਾਂ ਯੁੱਧ ਨਸ਼ਿਆਂ ਵਿਰੁੱਧ ਛੇੜਿਆ ਹੋਇਆ ਤੇ ਇਹ ਸਿਰਫ ਇਦਾਂ ਨਹੀਂ ਵੀ ਕਿਸੇ ਦਾ ਘਰ ਢਾਹ ਦਿਓ ਤੇ ਨਸ਼ਾ ਬੰਦ ਹੋ ਜਾਊਗਾ, ਹਨਾ, ਕਿਸੇ ਦਾ ਐਨਕਾਊਂਟਰ ਕਰ ਦਿਓ ਤੇ ਨਸ਼ਾ ਬੰਦ। ਨਸ਼ਾ ਇਦਾਂ ਨਹੀਂ ਬੰਦ ਹੋਣਾ ਜੀ, ਹੋਣਾ ਚਾਹੀਦਾ। ਜੇ ਭਾਈ ਵੀ ਘਰ ਢਾਹ ਕੇ ਨਸ਼ਾ ਬੰਦ ਹੁੰਦਾ ਨਾ, ਫਿਰ ਮੈਂ ਤੁਹਾਡੇ ਮੂਹਰੇ ਅਪੀਲ ਕਰਦਾ, ਸਾਰੇ ਪੰਜਾਬ ਦੇ ਘਰ ਢਾਹ ਦਿਓ। ਪੰਜਾਬ 'ਚੋਂ ਨਸ਼ਾ ਬੰਦ ਹੋਣਾ ਚਾਹੀਦਾ, ਭਾਵੇਂ ਸਾਰਾ ਪੰਜਾਬ ਦੇ ਘਰ ਢਾਹ ਦਿਓ, ਕੋਈ ਚੱਕਰ ਨਹੀਂ, ਜੇ ਉੱਦਾਂ ਨਸ਼ਾ ਬੰਦ ਹੁੰਦਾ। ਪਰ ਉੱਦਾਂ ਨਸ਼ਾ ਬੰਦ ਨਹੀਂ ਹੋਣਾ, ਉਹ ਹੱਲ ਹੈ ਨਹੀਂਗਾ। ਸਤਿ ਸ਼੍ਰੀ ਅਕਾਲ ਜੀ, ਪੰਜਾਬੀ ਰੇਡੀਓ ਤੇ ਪੰਜਾਬੀ TV USA ਵੇਖ ਰਹੇ ਹੋ ਤੁਸੀਂ। ਇਸ ਸਮੇਂ ਪੰਜਾਬ ਦੇ ਵਿੱਚ ਇੱਕ ਯੁੱਧ ਚੱਲ ਰਿਹਾ ਹੈ। ਇਹ ਯੁੱਧ ਨਸ਼ਿਆਂ ਵਿਰੁੱਧ ਦਾ ਨਾਮ ਇਸ ਨੂੰ ਪੰਜਾਬ ਸਰਕਾਰ ਨੇ ਦਿੱਤਾ ਹੈ। ਤੇ ਕੀ ਇਹ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਹੈ, ਇਹ ਚੰਗੇ ਤਰੀਕੇ ਨਾਲ ਚੱਲ ਰਿਹਾ ਹੈ? ਕਿ ਇਹਨੂੰ ਕਿੰਨੇ ਨੰਬਰ ਦਿੰਦੇ ਨੇ ਪੰਜਾਬੀ 10 ਵਿੱਚੋਂ, ਇਹ ਦੇਖਦੇ ਹਾਂ। ਤੇ ਇਸੇ ਦੇ ਨਾਲ ਇਹ ਯੁੱਧ ਨਸ਼ਿਆਂ ਵਿਰੁੱਧ ਸਿਰਫ ਕੀ ਨਸ਼ਿਆਂ ਦੇ ਵਿਰੁੱਧ ਹੀ ਹੈ, ਜਾਂ ਫਿਰ ਪੰਜਾਬ ਦੀ ਜਵਾਨੀ ਨੂੰ ਵੀ ਇਸ 'ਚ ਰਗੜਿਆ ਜਾ ਰਿਹਾ? ਕਿਉਂਕਿ ਬੀਤੇ ਦਿਨਾਂ ਤੋਂ ਅਸੀਂ ਵੀ ਆਪਣੇ ਮਾਧਿਅਮ ਰਾਹੀਂ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਜਿਹੜੇ ਇਨਕਾਊਂਟਰ ਹੋ ਰਹੇ ਨੇ ਵੱਡੇ ਪੱਧਰ 'ਤੇ ਵੱਖ-ਵੱਖ ਥਾਵਾਂ ਦੇ ਉੱਤੇ, ਹਰ 2 ਦਿਨ 'ਚ ਇੱਕ ਇਨਕਾਊਂਟਰ ਪਿਛਲੇ 3 ਮਹੀਨਿਆਂ 'ਚੋਂ ਹੋ ਰਿਹਾ ਹੈ। ਨਾਲ ਦੀ ਨਾਲ ਲਗਾਤਾਰ ਘਰ ਢਾਹੇ ਜਾ ਰਹੇ ਨੇ ਨਸ਼ਾ ਤਸਕਰਾਂ ਦੇ। ਉਹ ਵੀ ਇੱਕ ਅਲੱਗ ਐਂਗਲ ਹੈ ਕਿ ਕੀ ਕਿਸੇ ਦਾ ਘਰ ਰਹਿਣ ਬਸੇਰਾ ਉਜਾੜ ਦੇਣਾ ਇੱਕ ਸਹੀ ਗੱਲ ਹੈ ਜਾਂ ਫਿਰ ਗਲਤ ਹੈ? ਕਿਉਂਕਿ ਕ੍ਰਾਈਮ
ਪਰਿਵਾਰ ਚੋਂ ਇੱਕ ਜੀ ਕਰਦਾ ਹੋਊਗਾ, ਦੋ ਜੀ ਕਰਦੇ ਹੋਣਗੇ, ਪਰ ਉਸ ਦੀ ਸਜ਼ਾ ਪੂਰੇ ਪਰਿਵਾਰ ਨੂੰ ਮਿਲਣੀ ਕਿੰਨੀ ਕੁ ਜਾਇਜ਼ ਹੈ? ਕਿ ਜਦੋਂ ਕੋਰਟਾਂ ਸਜ਼ਾ ਸੁਣਾਉਂਦੀਆਂ ਨੇ ਤਾਂ ਉਹ ਪੂਰੇ ਪਰਿਵਾਰ ਨੂੰ ਫਾਹੇ ਲਾ ਦਿੰਦੀਆਂ ਨੇ, ਜਿਹੜਾ ਵੀ ਵਿਅਕਤੀ ਕ੍ਰਾਈਮ ਕਰ ਰਿਹਾ ਹੁੰਦਾ ਉਸ ਦੇ ਨੂੰ? ਗੱਲਬਾਤ ਕਰਾਂਗੇ। ਮੌਂਟੀ ਮਾਨ ਹੁਣੀ ਮੇਰੇ ਨਾਲ ਨੇ, ਸੁਖ ਜੌਲ ਹੁਣੀ ਬਾਈ ਨਾਲ ਨੇ। ਆਪਾਂ ਨਸ਼ਿਆਂ ਦੇ ਮਾਮਲੇ ਤੇ ਹੀ ਗੱਲ ਕਰਦੇ ਹਾਂ। ਡੀ ਐਡਿਕਸ਼ਨ ਸੈਂਟਰ ਵੀ ਪੰਜਾਬ 'ਚ ਵੱਡੇ ਪੱਧਰ ਤੇ ਚੱਲਦੇ ਨੇ, ਕੁਝ ਕੁ ਸਹੀ ਤਰੀਕੇ ਨਾਲ ਕੰਮ ਕਰਦੇ ਨੇ। ਬਹੁਤ ਸਾਰੇ NRI ਪਰਿਵਾਰ, NRI ਵੀਰ ਉਹਨਾਂ 'ਚ ਬਹੁਤ ਚੰਗੀਆਂ ਸਹੂਲਤਾਂ ਦੇਣ ਦੀ ਕੋਸ਼ਿਸ਼ ਕਰਕੇ ਪੰਜਾਬ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਨੇ। ਉਹ ਵੀ ਇੱਕ ਅਲੱਗ ਐਂਗਲ ਹੈ। ਬਾਈ ਹੁਣਾਂ ਨਾਲ ਗੱਲ ਕਰਦੇ ਹਾਂ। ਬਾਈ, ਸਭ ਤੋਂ ਪਹਿਲਾਂ ਤੁਸੀਂ ਇਹ ਸਾਰਾ ਕੁਝ ਜਾਲ ਦੇਖਿਆ ਹੈ, ਉਸ 'ਚੋਂ ਬਾਹਰ ਵੀ ਆਏ ਆ। ਯੁੱਧ ਨਸ਼ਿਆਂ ਵਿਰੁੱਧ ਜਿਹੜਾ ਸ਼ੁਰੂ ਕੀਤਾ ਗਿਆ ਹੈ ਸਰਕਾਰ ਦੇ ਵੱਲੋਂ, ਖਾਸ ਤੌਰ ਤੇ ਪੰਜਾਬ ਤੇ, ਕਿਵੇਂ ਵੇਖਦੇ ਹੋ ਇਹਨੂੰ? ਕਿਵੇਂ ਦੇ ਨੰਬਰ ਜੇ ਦੇਣੇ ਹੋਣ ਇਹਨੂੰ ਤਾਂ ਕੀ ਲੱਗਦਾ ਇਹ ਸਹੀ ਟਰੈਕ ਤੇ ਜਾ ਰਿਹਾ ਹੈ ਕੰਮ? ਨਹੀਂ, ਸਰਕਾਰ ਇਸ ਵੇਲੇ ਹੈ ਨਾ, ਜੋ ਮੇਰੀ ਸੋਚਣੀ ਆ, ਮੇਰੀ ਸੋਚਣੀ ਦੇ ਹਿਸਾਬ ਨਾਲ ਸਹੀ ਟਰੈਕ ਤੇ ਨਹੀਂ ਜਾ ਰਹੀ। ਕਿਉਂਕਿ ਜਿੱਦਾਂ ਲਾ ਲਓ ਵੀ ਮੈਂ ਦਿੱਲੀ ਗਿਆ ਹਾਂ ਨਾ, ਤੇ ਇੱਕ ਬੰਦੇ ਨੇ ਦਿੱਲੀ ਜਿਹੜੀ ਉਹ ਨਕਸ਼ੇ ਤੋਂ ਦੇਖੀ ਹੋਵੇ, ਉਹ ਨਕਸ਼ੇ ਵਾਲੇ ਨੇ ਤਾਂ ਭਾਈ ਤੁਹਾਨੂੰ ਰਾਹ ਹੀ ਦੱਸਣਾ ਨਾ ਵੀ ਆਹ ਰਾਹ ਜਾਂਦਾ, ਤੇ ਜਿਹੜਾ ਬੰਦਾ ਉਹਨਾਂ ਰਾਹਾਂ ਵਿੱਚੋਂ ਆਪ ਨਿਕਲਿਆ ਹੋਵੇ ਉਹਨੇ ਇਹ ਵੀ ਦੱਸਣਾ ਭਾਈ ਇੱਥੇ ਚੀਜ਼ ਤੁਹਾਨੂੰ ਸਸਤੀ ਮਿਲਣੀ ਆ, ਇੱਥੇ ਚੀਜ਼ ਤੁਹਾਨੂੰ ਮਹਿੰਗੀ ਮਿਲਣੀ ਆ, ਇੱਥੇ ਤੁਹਾਡਾ ਬਚਾਅ ਹੋ ਸਕਦਾ ਆ, ਤੁਸੀਂ ਇਸ ਤਰੀਕੇ ਨਾਲ ਸੌਖੇ ਤਰੀਕੇ ਨਾਲ ਉੱਥੇ ਦਿੱਲੀ ਪਹੁੰਚ ਸਕਦੇ ਆ। ਪਰ ਜਿਹੜਾ ਸਰਕਾਰ ਦਾ ਉਪਰਾਲਾ ਆ ਇਹ ਸਿਰਫ ਇੱਕ ਅੰਕੜਿਆਂ ਦੇ ਵਿੱਚ ਦਿਖਾਉਣ ਲਈ ਆ, ਇਹ ਇੱਕ ਆਪਣੀ ਵਾਹ ਕਰਾਉਣ ਲਈ ਆ। ਕਿਉਂਕਿ ਹੁਣ ਜਿਹੜੀ ਦਿੱਲੀ ਦੀ ਹਾਰ ਹੋਈ ਆ ਨਾ, ਉਹਦੇ ਕਾਰਨ ਇਹਨਾਂ ਨੂੰ ਹੁਣ ਡਰ ਪੈ ਗਿਆ ਆ ਭਗਵੰਤ ਮਾਨ ਨੂੰ ਵੀ ਕਿਤੇ ਪੰਜਾਬ ਵਿੱਚੋਂ ਵੀ ਸਾਡੀ ਸਰਕਾਰ ਨਾ ਜਾਂਦੀ ਲੱਗੇ। ਉਹਦੇ ਕਾਰਨ ਇਹ ਮਾੜਾ ਮੋਟਾ ਜਿੱਦਾਂ ਲਾ ਲਓ ਵੀ ਇੱਕ ਦਰਖਤ ਆ, ਇਹ ਦਰਖਤ ਦੀ ਜੜ ਉੱਤੇ ਨਹੀਂ ਅਟੈਕ ਕਰ ਰਿਹਾ, ਇਹ ਬਸ ਆ ਮਾੜੇ ਮੋਟੇ ਪੱਤੇ ਝਾੜਤੇ, ਉਹ ਪੱਤੇ ਤਾਂ ਫੇਰ ਆ ਜਾਣੇ ਆ। ਪੱਤਝੜ ਵਿੱਚ ਪੱਤੇ ਹਮੇਸ਼ਾ ਝੜਦੇ ਆ, ਪਰ ਬਸੰਤ ਰੁੱਤ ਆਉਣ ਤੇ ਫੇਰ ਖੜ ਜਾਂਦੇ ਆ। ਇਦਾਂ ਹੀ ਆ ਜਿਹੜੇ ਆ ਮਾੜੇ ਮੋਟੇ ਘਰ ਢਾਹ ਰਹੇ ਆ, ਇਹਨਾਂ ਨਾਲ ਨਹੀਂ ਫਰਕ ਪੈਣਾ। ਮੇਨ ਜਿਹੜੀ ਨੌਜਵਾਨੀ ਇਸ ਵੇਲੇ ਨਸ਼ੇ ਵਿੱਚ ਫਸੀ ਹੋਈ ਆ, ਉਹਨਾਂ ਨੂੰ ਕਿੱਦਾਂ ਕੱਢਣਾ, ਕਿੱਦਾਂ ਬਚਾਉਣਾ, ਜਦ ਨਸ਼ਾ ਕਰਨ ਵਾਲੇ ਨਾ ਹੋਣਗੇ ਤੇ ਨਸ਼ਾ ਵੇਚਣ ਵਾਲੇ ਵੀ ਬੰਦ ਹੋ ਜਾਣਗੇ, ਸਾਰਾ ਕੁਝ ਬੰਦ ਹੋ ਜਾਊਗਾ। ਕਿਉਂਕਿ ਨਸ਼ਾ ਤੇ ਇਹ ਬੰਦ ਕਰਾ ਹੀ ਨਹੀਂ ਸਕਦੇ। ਹੁਣ ਤੁਸੀਂ ਲਾ ਲਓ ਜੇਲ੍ਹ ਆ, ਜੇਲ੍ਹ ਵਿੱਚ 4 ਦੀਵਾਰੀ ਆ ਸਰਕਾਰ ਤੋਂ, ਤੇ 4 ਦੀਵਾਰੀ ਜਿਹੜੀ ਉਹਨਾਂ ਦੇ ਅੰਡਰ ਆ। ਪੰਜਾਬ ਚਲੋ ਖੁੱਲਾ ਆ ਵੀ ਲਾ ਲਓ ਵੀ ਕਿਸੇ ਨੇ ਖੱਤਿਆਂ 'ਚ ਸਿੱਟਤਾ, ਕਿਸੇ ਨੇ ਕਿਤੇ ਸਿੱਟਤਾ, ਉਹ 4 ਦੀਵਾਰੀ ਵਿੱਚ ਹੀ ਨਹੀਂ ਇਹਨਾਂ ਤੋਂ ਨਸ਼ਾ ਬੰਦ ਹੁੰਦਾ, ਤੇ ਇਹਨਾਂ ਨੇ ਬਾਹਰ ਕੀ ਕਰਾਉਣਾ? ਇਹ ਸਿਰਫ ਇੱਕ ਲੋਕ ਦਿਖਾਵੇ ਆ। ਹੁਣ ਮੈਂ ਤੁਹਾਨੂੰ ਇੱਕ ਸੌਖੀ ਜਿਹੀ ਉਦਾਹਰਨ ਦੱਸਦਾ ਵੀ ਆਪਾਂ ਰੋਜ਼ ਵੀਡੀਓ ਦੇਖਦੇ ਵੀ ਜਿਹੜੇ ਡੀ ਐਡਿਕਸ਼ਨ ਸੈਂਟਰ ਆ ਉਹਨਾਂ ਉੱਤੇ ਵੀ ਰੇਡਾਂ ਪੈਂਦੀਆਂ ਹੁਣ, ਤੇ ਲਾ ਲਓ ਵੀ ਜਿਨ੍ਹਾਂ ਤੋਂ ਕਾਗਜ਼ੀ ਪੱਤਰੀ ਕਾਰਵਾਈ ਹੈ ਨਹੀਂ। ਚੰਨੀ ਸਾਹਿਬ ਦੇ ਟਾਈਮ ਤੇ ਉਹਨਾਂ ਨੂੰ ਲਾਇਸੈਂਸ ਦੇਣੇ ਬੰਦ ਕਰ ਦਿੱਤੇ ਗਏ ਸੀ, ਪਰ ਹੁਣ ਕੀ ਹੋਇਆ ਵੀ ਇਹਨਾਂ ਨੇ ਉਹ ਜਿਹੜਿਆਂ ਤੋਂ ਚਲੋ ਪੇਪਰ ਕਾਰਵਾਈ ਪੂਰੀ ਨਹੀਂ ਹੈਗੀ ਉਹਨਾਂ ਉੱਤੇ ਰੇਡਾਂ ਮਾਰਦੇ ਆ। ਉੱਥੋਂ ਲਾ ਲਓ ਵੀ ਬੰਦੇ ਚੱਕ ਲਏ ਇਹਨਾਂ ਨੇ, ਚੱਕ ਕੇ ਤੇ ਇਹ ਲੈ ਜਾਂਦੇ ਆ ਸਿਵਲ ਹਸਪਤਾਲ 'ਚ। ਸਿਵਲ ਹਸਪਤਾਲ 'ਚ ਲਿਜਾ ਕੇ ਘਰਦਿਆਂ ਤੋਂ ਮੰਗਾਉਂਦੇ ਆ ਆਧਾਰ ਕਾਰਡ ਮੰਗਾ ਕੇ ਤੇ ਆਪਣੇ ਅੰਕੜੇ ਪੂਰੇ ਕਰ ਲੈਂਦੇ। ਹਾਂ ਵੀ ਅਸੀਂ ਆ ਯੁੱਧ ਨਸ਼ਿਆਂ ਵਿਰੁੱਧ ਦੇ ਵਿੱਚ ਇੰਨੇ ਬੱਚਿਆਂ ਦੇ ਜਿਹੜੇ ਆ ਨਸ਼ਾ ਜਿਹੜਾ ਆ ਉਹ ਛੁਡਾਇਆ। ਤੇ ਉਹਦਾ ਜਿਹੜਾ ਕਾਰਨ ਇਹ ਆ ਵੀ ਭਾਈ ਵੀ ਤੁਸੀਂ ਦੇਖੋ ਵੀ ਬਾਅਦ ਚੋਂ ਤੁਸੀਂ ਉਹਨਾਂ ਨੂੰ 2-4 ਘੰਟਿਆਂ ਬਾਅਦ ਘਰੇ ਭੇਜ ਦਿੰਦੇ ਆ। ਅੱਛਾ, ਬਸ ਰਜਿਸਟਰ ਕਰਦੇ ਨੇ ਫਿਰ ਮੋੜ ਦਿੰਦੇ ਨੇ, ਇਲਾਜ ਨਹੀਂ ਕਰਦੇ। ਹਾਂ, ਫਿਰ ਉਹ ਘਰੇ ਭੇਜ ਦਿੰਦੇ ਆ, ਤੇ ਘਰੇ ਭੇਜ ਕੇ ਤੇ ਜਿਹੜਾ ਬੱਚੇ ਨੇ ਹੁਣ ਯਾਰ ਆਪਣੇ ਮਾਪਿਆਂ ਨੂੰ ਦੁੱਖ ਦਿੱਤਾ ਹੋਵੇ, ਠੀਕ ਹੈ, ਤੇ ਉਹ ਬੱਚਾ ਜਦੋਂ ਫੇਰ ਘਰੇ ਚਲ ਜਾਂਦਾ, ਹਜੇ ਲਾ ਲਓ ਵੀ ਕਿਸੇ ਨੂੰ 15 ਦਿਨ ਹੋਏ ਨਸ਼ਾ ਛੱਡੇ ਨੂੰ, ਠੀਕ ਹੈ, ਇਸ ਚੀਜ਼ ਨੂੰ 4 ਮਹੀਨੇ 5 ਮਹੀਨੇ ਆਪਣੇ ਆਪ ਨੂੰ ਟਾਈਮ ਦੇਣਾ ਪੈਂਦਾ, ਫੇਰ ਜਾ ਕੇ ਬੰਦਾ ਸੁਧਰਦਾ। ਉਹ ਤਾਂ ਹਜੇ ਉਹਨੂੰ ਨੀਂਦ ਵੀ ਨਹੀਂ ਚੱਜ ਨਾਲ ਆਉਣ ਲੱਗੀ ਹੁੰਦੀ, ਤੇ ਉਹਨੂੰ ਜੇ ਤੁਸੀਂ ਉੱਥੇ ਰੱਖੋਗੇ ਨਹੀਂ, ਸਾਂਭੋਗੇ ਨਹੀਂ, ਤੇ ਉਹ ਬੱਚਾ ਜਾ ਕੇ ਫੇਰ ਆਪਣੇ ਮਾਪਿਆਂ ਨੂੰ ਤੰਗ ਕਰੂਗਾ, ਆਪਣੇ ਆਂਢ ਗੁਆਂਢ ਨੂੰ ਤੰਗ ਕਰੂਗਾ, ਆਪਣੇ ਭਾਈਚਾਰੇ ਨੂੰ ਤੰਗ ਕਰੂਗਾ, ਕਿਉਂਕਿ ਰਹਿਣਾ ਤਾਂ ਉਹਨੇ ਆਪਣੇ ਮਹੱਲੇ ਵਿੱਚ ਹੀ ਆ। ਤੇ ਕਿਉਂਕਿ ਨਸ਼ੇ ਵਾਲਾ ਬੰਦਾ ਇੱਕ ਬਿਮਾਰ ਹੁੰਦਾ, ਮੈਂ ਉਹਨਾਂ ਦਾ ਦੋਸ਼ ਨਹੀਂ ਕੱਢਦਾ, ਪਰ ਨਸ਼ੇ ਵਾਲੇ ਬੰਦੇ ਦੀ ਇੱਕ ਮਜਬੂਰੀ ਹੋ ਜਾਂਦੀ ਆ। ਉਹਨੇ ਆਪਣੇ ਨਸ਼ੇ ਦੀ ਪੂਰਤੀ ਲਈ ਚਾਹੇ ਉਹ ਘਰੇ ਹੇਰਾਫੇਰੀ ਕਰੇ, ਚਾਹੇ ਚੋਰੀਆਂ ਕਰੇ, ਚਾਹੇ ਬਾਹਰ ਵਾਰਦਾਤਾਂ ਕਰੇ, ਉਹ ਸਾਰਾ ਕੁਝ ਉਹਨੇ ਜਦੋਂ ਉਹ ਮਜਬੂਰੀ ਬਸ ਪੈ ਕੇ, ਉਹ ਤੇ ਇੱਕ ਬਿਮਾਰ ਆ ਤੇ ਉਹਨੇ ਤਾਂ ਕਰਨਾ ਹੀ ਹੁੰਦਾ। ਪਰ ਇਹ ਮੈਨੂੰ ਕੋਈ ਇਹਨਾਂ ਦਾ ਸਹੀ ਨਹੀਂ ਲੱਗਾ ਹੈਗਾ ਵੀ ਉਹ ਤੁਸੀਂ ਇਹ ਦੇਖੋ ਵੀ ਜਿਨ੍ਹਾਂ ਨੂੰ ਤੁਸੀਂ ਘਰੇ ਭੇਜ ਦਿੰਦੇ ਆ, ਸੈਂਟਰਾਂ ਵਿੱਚੋਂ ਲਿਜਾ ਕੇ ਲਾ ਲਓ ਵੀ ਤੁਸੀਂ ਘਰੇ ਭੇਜਤੇ ਬੰਦੇ, ਤੇ ਉਦੋਂ ਬਾਅਦ 'ਚ ਇਹ ਤੁਸੀਂ ਦੱਸੋ ਮੈਨੂੰ ਭਗਵੰਤ ਮਾਨ ਸਾਹਿਬ ਵੀ ਉਹਨਾਂ ਵਿੱਚੋਂ ਕਿੰਨੇ ਬੱਚੇ ਜਿਹੜੇ ਆ ਉਹ ਸਹੀ ਚੱਲ ਰਹੇ ਆ, ਉਹਨਾਂ ਨੇ ਨਸ਼ਾ ਛੱਡ ਦਿੱਤਾ ਆ। ਤੁਹਾਡੇ ਉੱਥੋਂ ਲਿਜਾਣ ਤੋਂ ਬਾਅਦ ਜਦੋਂ ਸਿਵਲ ਹਸਪਤਾਲ ਵਿੱਚ ਆਧਾਰ ਕਾਰਡ ਲੈ ਕੇ ਉਹਨਾਂ ਨੂੰ ਭੇਜ ਦਿੰਦੇ ਆ, ਉਦੋਂ ਬਾਅਦ 'ਚ ਦੱਸੋ ਵੀ ਨਿਆਣੇ ਇਸ ਵੇਲੇ ਸਹੀ ਕਿੰਨੇ ਚੱਲ ਰਹੇ ਆ, ਜਾਂ ਇਹ ਅੰਕੜਾ ਨਾ ਦੱਸੋ ਵੀ ਇੰਨੇ ਬੱਚੇ ਸਾਡੇ ਤੋਂ ਇਲਾਜ ਲੈਣਾ ਗਏ। ਤੁਸੀਂ ਅੰਕੜਾ ਇਹ ਦਿਓ ਭਾਈ ਕਿੰਨੇ ਬੱਚੇ ਤੁਹਾਡੇ ਜਿਹੜੇ ਸਿਵਲ ਹਸਪਤਾਲਾਂ ਵਿੱਚ ਜਿਹੜੇ ਤੁਸੀਂ ਡੀ ਐਡਿਕਸ਼ਨ ਸੈਂਟਰ ਖੋਲ੍ਹੇ ਆ ਉਹਨਾਂ ਵਿੱਚੋਂ ਸਹੀ ਹੋ ਗਏ ਆ।
ਇੱਥੇ ਤਾਂ ਜੇ ਓਟ ਸੈਂਟਰਾਂ ਦੀ ਗੱਲ ਕਰ ਰਹੀ ਉਹੀ ਚੱਲੀ ਜਾਂਦੇ ਨੇ। ਓਟ ਸੈਂਟਰਾਂ 'ਚੋਂ ਗੋਲੀ ਲੈਣ ਵਾਲੇ ਵਿਅਕਤੀਆਂ ਨਾਲ ਜਦੋਂ ਗੱਲ ਕਰਦੇ, ਕੋਈ ਕਹਿੰਦਾ ਮੈਨੂੰ 2 ਸਾਲ ਖਾਂਦਿਆਂ ਨੂੰ ਹੋ ਗਿਆ, ਕੋਈ 3 ਸਾਲ ਖਾਂਦਿਆਂ ਨੂੰ ਹੋ ਗਏ। ਉਹ ਤਾਂ ਨਸ਼ੇ ਤੇ ਨਾਲ ਉਸ ਗੋਲੀ ਤੇ ਵੀ ਲੱਗ ਗਏ ਨੇ। ਉਹ ਨਹੀਂ ਖਾਂਦੇ ਤਾਂ ਉਹਦੀ ਤੋੜ ਲੱਗਦੀ ਹੈ। ਨਸ਼ਾ ਛੁੱਟਣਾ ਅਲੱਗ ਚੀਜ਼ ਸੀ, ਉਹ ਤਾਂ ਇੱਕ ਹੋਰ ਘੇਰੇ 'ਚ ਵੱਜ ਗਏ। ਉਹ ਆਪਣੀ ਦਿਹਾੜੀ ਤੋੜ ਕੇ ਉਹਨਾਂ ਨੂੰ ਲਾਈਨ 'ਚ ਲੱਗਣਾ ਪੈਂਦਾ ਉਹ ਗੋਲੀ। ਉਹ ਜਿੱਦਾਂ ਨਾ ਉਹ ਜਿਹੜੀ ਗੋਲੀ ਆ ਭਾ, ਉਹਦਾ ਤੇ ਮੈਂ ਤੈਨੂੰ ਸਿਸਟਮ ਸਾਫ਼ ਸਿੱਧੇ ਤੇ ਸਰਲ ਅੱਖਰਾਂ ਵਿੱਚ ਦੱਸ ਦਵਾਂ। ਇਹ ਜਿਹੜੇ ਮਾਪੇ ਜਿਨ੍ਹਾਂ ਦੇ ਬੱਚੇ ਨਸ਼ਾ ਕਰਦੇ ਆ ਉਹ ਵੀ ਇਸ ਚੀਜ਼ ਨੂੰ ਜਾਣਦੇ, ਜਿਹੜੇ ਨਸ਼ਾ ਇਸ ਵੇਲੇ ਕਰ ਰਹੇ ਆ ਉਹ ਵੀ ਜਾਣਦੇ ਆ। ਉਹ ਗੋਲੀ ਦਾ ਇੱਕ ਸਹਾਰਾ ਆ ਵੀ ਸਵੇਰ ਨੂੰ ਸੁੱਤੇ ਉੱਠ ਕੇ ਪੈਸੇ ਨਹੀਂ ਹੋਣੇ, ਹਸਪਤਾਲ ਜਾਓ ਜੀ, ਗੋਲੀ ਲਿਆਓ, ਜੀਭ ਥੱਲੇ ਰੱਖੋ, ਸ਼ਾਮ ਤੱਕ ਜਦੋਂ ਪੈਸੇ ਹੋ ਗਏ ਤੇ ਆਪਣੇ ਨਸ਼ੇ ਦਾ ਪ੍ਰਬੰਧ ਕਰਕੇ ਨਸ਼ਾ ਕਰ ਲਓ। ਉਹ ਤੇ ਆੜ ਵਿੱਚ ਉੱਥੇ ਹੁਣ ਜਿਹੜੀਆਂ ਹੁਣ 3-4 ਗੋਲੀਆਂ ਲੱਗੀਆਂ, ਉਹ ਅਗਲਾ 2-3 ਦਿਨਾਂ ਦੀਆਂ ਗੋਲੀਆਂ ਇਕੱਠੀਆਂ ਕਰਦਾ, ਉੱਥੇ 80-80 ਰੁਪਏ ਨੂੰ ਵੇਚੀ ਜਾਂਦੇ ਬਾਹਰ ਵੇਚਦੇ ਆ। 500 ਰੁਪਏ ਅਗਲੇ ਨੇ ਇਕੱਠਾ ਕਰ ਲਿਆ, ਅਗਲੇ ਨੇ ਸਮਾਨ ਲਾ ਲੈਣਾ ਉਹਦਾ। ਨਸ਼ੇ ਸਵਾਹ ਛੱਡਣੇ ਆ ਤੁਸੀਂ ਤਾਂ ਇੱਕ ਸਹਾਰਾ ਬਣੇ ਆ ਉਹਨਾਂ ਦੇ ਨਸ਼ੇ। ਲਾ ਲਓ ਵੀ 4-5 ਦਿਨਾਂ ਵਿੱਚੋਂ ਇੱਕ ਡੰਗ ਜਿਹੜਾ ਉਹਨਾਂ ਦੀ ਨਸ਼ੇ ਦੀ ਪੂਰਤੀ ਲਈ ਸਰਕਾਰ ਸਾਰਦੀ ਆ, ਕਿਉਂਕਿ ਉਹਨਾਂ ਨੂੰ ਗੋਲੀਆਂ ਦਿੰਦੇ ਆ, ਉਹ ਫ੍ਰੀ ਵਿੱਚ ਮਿਲਦੀਆਂ, ਉਹ ਗਾਹਾਂ ਵੇਚਦੇ ਆ। ਜਦੋਂ ਵੇਚਦੇ ਆ ਤੇ ਉਹ ਫਿਰ ਆਪਣਾ ਨਸ਼ੇ ਦਾ ਡੰਗ ਸਾਰਦੇ। ਇਹ ਜਿੱਦਾਂ ਚੱਲ ਰਿਹਾ ਕੰਮ ਜੀ। ਸੁਖ ਬਾਈ, ਤੁਸੀਂ ਜ਼ਰਾ ਚਾਨਣਾ ਪਾਇਓ, ਤੁਸੀਂ ਕਿਵੇਂ ਇਵੈਲੂਏਟ ਕਰਦੇ ਹੋ ਇਸ ਚੀਜ਼ ਨੂੰ? ਕਿੰਨੇ ਨੰਬਰ ਦਿੰਦੇ ਹੋ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਸ਼ੁਰੂ ਕੀਤਾ ਗਿਆ ਹੈ? ਨਾਮ ਦੇਖਣ ਨੂੰ ਬਹੁਤ ਸੋਹਣਾ ਲੱਗਦਾ ਹੈ, ਪਰ ਧੜ ਇਨਕਾਊਂਟਰ ਹੋਣੇ, ਮਕਾਨ ਢਾਹ ਦੇਣੇ, ਤੇ ਇਹ ਜਿਹੜੀ ਨੰਬਰ ਗੇਮ ਬਾਈ ਹੁਣੇ ਵੀ ਦੱਸਿਆ ਕਿ ਲਿਜਾ ਕੇ ਡੀ ਐਡਿਕਸ਼ਨ ਸੈਂਟਰਾਂ ਤੇ ਕਾਰਵਾਈ ਕਰਕੇ ਤੇ ਉਹਨਾਂ ਨੂੰ ਚਾੜ ਕੇ ਰਜਿਸਟਰਾਂ ਦੇ ਉੱਪਰ ਘਰੇ ਭੇਜੀ ਜਾਂਦੇ ਨੇ। ਕਿਵੇਂ ਲੱਗਦੀ ਗੱਲਬਾਤ? ਦੇਖੋ ਜੀ, ਜਿਹੜਾ ਵੀ ਕੰਮ ਸਰਕਾਰ ਕਰ ਰਹੀ ਆ ਉਹ ਆਪਣੇ ਹਿਸਾਬ ਨਾਲ ਬਹੁਤ ਵਧੀਆ ਕਰ ਰਹੀ ਆ, ਹਨਾ। ਨਾ ਮੈਂ ਉਹਨਾਂ ਨੂੰ ਗਲਤ ਕਹਿਣਾ, ਨਾ ਮੈਂ ਉਹਨਾਂ ਨੂੰ ਸਹੀ ਕਹਿਣਾ, ਹਨਾ। ਵੀ ਜਿੱਥੇ ਤੱਕ ਵੀ ਉਹਨਾਂ ਦਾ ਹੱਥ ਪੈਂਦਾ ਆਪਣੇ ਹਿਸਾਬ ਨਾਲ ਉਹ ਬਹੁਤ ਵਧੀਆ ਆ। ਪਰ ਦੂਸਰੇ ਨੰਬਰ ਤੇ ਜੇ ਆਪਾਂ ਗੱਲ ਕਰੀਏ ਡਰੱਗ ਡੀ ਐਡਿਕਸ਼ਨ ਸੈਂਟਰਾਂ ਦੀ, ਉੱਥੇ ਦੇਖੋ ਮੈਨੂੰ ਨਹੀਂ ਪਤਾ ਸੈਂਟਰ ਸਹੀ ਆ, ਮੈਨੂੰ ਨਹੀਂ ਪਤਾ ਗਲਤ ਆ, ਪਰ ਮੈਨੂੰ ਇੰਨਾ ਪਤਾ ਵੀ ਸਾਡੇ ਸਮਾਜ ਦੇ ਵਿੱਚ ਜਿਹੜੇ ਵੀ ਨਸ਼ੇ ਵਾਲੇ ਬੰਦੇ ਆ, ਜਿੰਨੇ ਅਮਲੀ ਬੰਦੇ ਆ, ਉਹ ਵਿਚਾਰੇ ਸੈਂਟਰਾਂ ਵਾਲਿਆਂ ਨੇ ਸਾਂਭੇ ਹੋਏ ਆ। ਹੁਣ ਮੰਨ ਕੇ ਚੱਲੋ ਵੀ 1000 ਸੈਂਟਰ ਹੋਊਗਾ ਪੰਜਾਬ ਦੇ ਵਿੱਚ। ਹੁਣ ਹਰ ਸੈਂਟਰ ਦੀ ਆਪਾਂ ਐਵਰੇਜ ਕੱਢਦੇ ਆ ਵੀ 30 ਤੋਂ 40 ਤੋਂ 50 ਬੰਦੇ ਹਰ ਸੈਂਟਰ 'ਚ ਹੋਣਗੇ। 30 ਲਾ ਲਓ, ਚਲੋ 30 ਲਾ ਲਓ ਚਲੋ, ਤੇ ਮੰਨ ਲਓ ਵੀ 30,000 ਬੰਦਾ ਸੈਂਟਰ ਵਾਲਿਆਂ ਨੇ ਸਾਂਭਿਆ ਹੋਇਆ ਇਸ ਟਾਈਮ। ਕਿ ਉਹ ਬੰਦੇ ਸਾਂਭੇ ਆ ਸੈਂਟਰ ਵਾਲਿਆਂ ਨੇ ਵੀ ਜਿਨ੍ਹਾਂ ਨੇ ਸਮਾਜ ਵਿੱਚ ਰਹਿ ਕੇ ਜਾਂ ਤਾਂ ਕੋਈ ਚੋਰੀ ਕਰਨੀ ਆਪਣੇ ਨਸ਼ੇ ਦੀ ਪੂਰਤੀ ਕਰਨ ਲਈ, ਜਾਂ ਉਹਨਾਂ ਨੇ ਕੋਈ ਲੁੱਟਾਂ ਖੋਹਾਂ ਕਰਨੀਆਂ ਆ। ਰਾਤਾਂ ਨੂੰ ਸੜਕਾਂ 'ਤੇ ਖੜ ਜਾਂਦੇ ਆ, 8 ਵਜੇ ਤੋਂ ਬਾਅਦ ਤੁਸੀਂ ਬਾਹਰ ਨਹੀਂ ਨਿਕਲ ਸਕਦੇ। ਇਹ ਜਿਹੜੀਆਂ ਲੁੱਟਾਂ ਖੋਹਾਂ ਹੁੰਦੀਆਂ ਕੌਣ ਕਰਦਾ ਹੈ? ਇਹ ਉਹੀ ਕਰਦੇ ਆ ਬੰਦੇ ਜਿਨ੍ਹਾਂ ਨੇ ਨਸ਼ਾ ਕਰਨਾ ਹੈ। ਜਿਹਦੀ ਨਸ਼ੇ ਦੀ ਪੂਰਤੀ ਨਹੀਂ ਹੁੰਦੀ, ਕਮਾਈ ਦਾ ਸਾਧਨ ਨਹੀਂ ਹੈਗਾ, ਉਹ ਇਹ ਕੰਮ ਕਰਦਾ। ਤੁਹਾਡੇ ਕਹਿਣ ਦਾ ਮਤਲਬ ਹੈ ਵੀ ਉਹਨਾਂ ਨੂੰ ਹੀ ਸਾਂਭਿਆ ਹੋਇਆ ਡੀ? ਉਹਨਾਂ ਨੂੰ ਹੀ, ਹਾਂ ਬਿਲਕੁਲ। ਇਹ ਮੈਂ ਤਾਂ ਇਹ ਕਹਿਣਾ ਚਾਹੂੰਗਾ ਵੀ ਜਿੰਨੇ ਵੀ ਡੀ ਐਡਿਕਸ਼ਨ ਸੈਂਟਰ ਆ, ਚਾਹੇ ਕਿਸੇ ਕੋ ਪੇਪਰ ਹੈ ਚਾਹੇ ਨਹੀਂ ਹੈ, ਪਰ ਉਹ ਸਰਕਾਰ ਦਾ ਸਾਥ ਦੇ ਰਹੇ ਆ। ਵਾਰਦਾਤਾਂ ਕਰਨ ਵਾਲੇ ਬੰਦੇ ਤਾਂ ਉਹਨਾਂ ਨੇ ਅੰਦਰ ਸਾਂਭੇ ਹੋਏ ਆ। ਹੁਣ ਐ ਨਹੀਂ ਹੋਣਾ ਚਾਹੀਦਾ। ਮੈਂ ਵੀ ਇਹਦੇ ਵਿੱਚ ਚਲੋ ਆਪਣੀ ਗੱਲ ਐਡ ਕਰ ਦਿੰਦਾ ਕਿ ਤੁਸੀਂ ਜੇ ਯੁੱਧ ਨਸ਼ਿਆਂ ਵਿਰੁੱਧ ਕਰ ਰਹੇ ਆ, ਤੁਸੀਂ ਸਗੋਂ ਉਹਨਾਂ ਦੀ ਚੈੱਕ ਕਰੋ, ਉਹਨਾਂ ਨੂੰ ਜਿਹੜੀ ਸਹੂਲਤ ਚਾਹੀਦੀ ਆ ਉਹ ਪ੍ਰੋਵਾਈਡ ਕਰਾਓ, ਤਾਂ ਕਿ ਆਪਾਂ ਵੱਧ ਤੋਂ ਵੱਧ ਬੱਚਿਆਂ ਨੂੰ ਨਸ਼ੇ ਚੋਂ ਬਾਹਰ ਲਿਆ ਸਕੀਏ। ਨਾ ਕਿ ਇਸ ਤਰੀਕੇ ਨਾਲ ਕੀਤਾ ਜਾਵੇ ਜਿੱਦਾਂ ਵੀ ਉੱਥੋਂ ਨਿਆਣੇ ਚੱਕ ਕੇ ਉਹਨਾਂ ਦੇ ਨੰਬਰ ਚਾੜ ਕੇ ਤੁਸੀਂ ਆਪਣੇ ਰਜਿਸਟਰਾਂ ਦੇ ਵਿੱਚ ਉਹਨਾਂ ਨੂੰ ਵਾਪਸ ਸਮਾਜ 'ਚ ਭੇਜੀ ਜਾਂਦੇ ਹੋ ਵੀ ਜਾਓ ਤੁਸੀਂ ਖੁੱਲ੍ਹੇਆਮ ਜੋ ਕੁਛ ਕਰਦੇ ਸੀ ਉਹੀ ਕਰੋ। ਅਸੀਂ ਇਹ ਨਹੀਂ ਕਹਿੰਦੇ ਵੀ ਸਾਰੇ ਨਸ਼ਾ ਖਾਣ ਵਾਲੇ ਜਿੰਨੇ ਵੀ ਪੀੜਤ ਨੇ ਉਹ ਸਾਰੇ ਗਲਤ ਨੇ, ਉਹ ਲੁੱਟਾਂ ਖੋਹਾਂ ਹੀ ਕਰਦੇ ਨੇ। ਪਰ ਵੱਡੀ ਗਿਣਤੀ ਜਦੋਂ ਕਿਸੇ ਦੇ ਕੋਲ ਸਾਧਨ ਨਹੀਂ ਹੁੰਦਾ ਆਪਣੀ ਕਮਾਈ ਦਾ, ਜਾਂ ਫਿਰ ਕਿਤੇੋਂ ਵੀ ਪੈਸੇ ਨਹੀਂ ਮਿਲਦੇ, ਜਾਂ ਤਾਂ ਉਹ ਘਰਾਂ 'ਚ ਕੁੱਟਮਾਰ ਕਰਕੇ ਪੈਸੇ ਕੱਢਦੇ ਨੇ, ਜਾਂ ਫਿਰ ਬਾਹਰ ਲੁੱਟਾਂ ਖੋਹਾਂ ਕਰਦੇ ਨੇ। ਜਾਣਾ ਤਾਂ ਉਹਨਾਂ ਨੇ ਸਮਾਜ 'ਚ ਹੀ ਹੈ ਨਾ ਬਾਈ। ਫਿਰ ਜਦੋਂ ਸਮਾਜ 'ਚ ਜਾਂਦੇ ਨੇ ਫਿਰ ਉਹਨਾਂ ਵੱਲ ਦੇਖ ਕੇ ਜਾਂ ਕਿਸੇ ਹੋਰ ਨੂੰ ਆਪਣਾ ਟੀਕਾ ਲਾਉਣਗੇ, ਉਹ ਬਿਮਾਰ ਹੋਊਗਾ। ਇਹ ਤਾਂ ਇੱਕ ਤੋਂ ਇੱਕ ਅੱਗੇ ਗਿਣਤੀ ਵਧਣੀ ਹੈ। ਇਹਨੂੰ ਤੁਸੀਂ ਕਿਵੇਂ ਵੇਖਦੇ ਹੋ ਵੀ ਉਹਨਾਂ ਤੇ ਕਾਰਵਾਈ ਕਰਨ ਦੀ ਬਜਾਏ ਉਹਨਾਂ ਨੂੰ ਹੁਣ ਨਾਲ ਲੈ ਕੇ ਚੱਲਣ ਦੀ ਲੋੜ ਨਹੀਂ? ਇਹ ਤਾਂ ਇੱਦਾਂ ਹੀ ਆ ਭਾਜੀ। ਦੇਖੋ, ਜਦੋਂ ਤੋਂ ਇਹਨਾਂ ਦੀ ਸਰਕਾਰ ਆਈ ਹੈ ਨਾ ਭਗਵੰਤ ਮਾਨ ਦੀ, ਉਸ ਤੋਂ 6 ਮਹੀਨੇ ਸਾਲ ਇੱਕ ਪਹਿਲਾਂ ਹੀ ਇਹਨਾਂ ਨੇ ਲਾਇਸੈਂਸ ਦੇਣੇ ਬੰਦ ਕਰ ਦਿੱਤੇ ਸੀ। ਹਾਂਜੀ। ਉਸ ਤੋਂ ਪਹਿਲਾਂ ਕਾਂਗਰਸ ਦੀ ਸੀਗੀ, ਉਹਦੇ ਵਿੱਚ ਲਾਇਸੈਂਸ ਬਣ ਰਹੇ ਸੀਗੇ। ਹੁਣ ਤਾਂ ਕੋਈ ਵੀ ਕਿੰਨਾ ਵੀ ਜ਼ੋਰ ਲਾ ਰਿਹਾ, ਲਾਇਸੈਂਸ ਮਿਲ ਹੀ ਨਹੀਂ ਰਿਹਾ। ਇਹਨਾਂ ਨੂੰ ਤਾਂ ਚਾਹੀਦਾ ਵੀ ਜਿਨ੍ਹਾਂ ਨੇ ਵੀ ਡਰੱਗ ਡੀ ਐਡਿਕਸ਼ਨ ਸੈਂਟਰ ਖੋਲ੍ਹੇ ਹੋਏ ਆ, ਸਰਕਾਰ ਨੂੰ ਸਾਥ ਦੇਣਾ ਚਾਹੀਦਾ ਉਹਨਾਂ ਦਾ। ਇੱਕ ਭਾਈ ਮਾਫ ਕਰਨਾ ਤੁਹਾਡੀ ਗੱਲ ਕੱਟ ਰਹੇ, ਇੱਕ ਹੋਰ ਕਿਹਾ ਜਾਂਦਾ ਨਾ, ਡਰੱਗ ਡੀ ਐਡਿਕਸ਼ਨ ਸੈਂਟਰ ਵੀ ਕਮਾਈ ਦਾ ਧੰਦਾ ਬਣ ਚੁੱਕੇ ਨੇ, ਜਾਂ ਫਿਰ ਉੱਥੇ ਨੌਜਵਾਨਾਂ ਨੂੰ ਕੁੱਟ ਕੇ ਨਸ਼ਾ ਛਡਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਇਹ ਵੀ ਤਾਂ ਇੱਕ ਅਲੱਗ ਐਂਗਲ ਹੈ ਨਾ। ਲੋਕ ਤਾਂ ਇਹ ਵੀ ਕਹਿਣਗੇ ਵੀ ਭਾਈ ਉਹ ਵੀ ਤਾਂ ਧੰਦਾ ਹੀ ਕਰਦੇ ਨੇ ਇੱਕ ਤਰੀਕੇ ਦਾ, ਆਪਣਾ ਲੋਕਾਂ ਤੋਂ ਕੋਲੋਂ ਪੈਸੇ ਲੈਂਦੇ ਨੇ ਵੀ ਪੈਸੇ ਦੇ ਦਿਓ ਨਸ਼ਾ ਛਡਾ ਦਿਆਂਗੇ। ਦੇਖੋ ਭਾਜੀ, ਜਿਹੜਾ ਵੀ ਬੱਚਾ ਨਸ਼ਾ ਕਰ ਰਿਹਾ ਘਰ ਦੇ ਵਿੱਚ ਛੱਡਦਾ ਕੁਛ, ਆਪਣੇ ਸਿਲੰਡਰ ਤੱਕ ਵੇਚ ਦਿੰਦਾ, ਭਾਂਡੇ ਤੱਕ ਵੇਚ ਦਿੰਦਾ ਆ।
ਠੀਕ ਹੈ। ਤੇ ਉਹ ਤਾਂ ਅੱਗੇ ਨਹੀਂ ਫੀਸਾਂ ਭਰਨ ਜੋਗੇ ਹੁੰਦੇ ਮਾਂ ਪਿਓ ਉਹਨਾਂ ਦੇ, ਪਰ ਫਿਰ ਵੀ ਉਹਨਾਂ ਨੂੰ ਰੱਖਦੇ। ਉਹ ਇੱਕ ਸੇਵਾ ਦੀ ਭਾਵਨਾ ਕਹਿ ਲਓ ਜਾਂ ਨਾ ਕੁਛ ਵੀ ਕਹਿ ਲਓ, ਕੰਮ ਵੀ ਕਹਿ ਲਓ। ਹੁਣ ਜਿੱਦਾਂ ਭਗਵੰਤ ਮਾਨ ਸਰਕਾਰ ਕਹਿ ਰਹੀ ਹੈ ਵੀ ਨੌਜਵਾਨਾਂ ਨੂੰ ਵੀ ਇੱਥੇ ਰਹੋ ਤੇ ਕੰਮ ਕਰੋ, ਤੇ ਹੁਣ ਕੋਈ ਨਾ ਕੋਈ ਕੰਮ ਤਾਂ ਕਰਨਗੇ ਨਾ, ਨਾਲੇ ਤਾਂ ਸਮਾਜ ਦਾ ਸੁਧਾਰ ਹੋਊਗਾ, ਨਾਲੇ ਉਹ ਕੰਮ ਵੀ ਕਰ ਰਹੇ ਆ। ਤੇ ਹੁਣ ਰਹੀ ਗੱਲ ਨਾ ਇਹਨਾਂ ਨੂੰ ਕੰਮ ਕਰਨ ਦੇਣ ਦੇ ਆ, ਸਰਕਾਰ ਨੂੰ ਚਾਹੀਦਾ ਵੀ ਉਹਨਾਂ ਦਾ ਸਾਥ ਦਿੱਤਾ ਜਾਵੇ। ਹੁਣ ਭਾਜੀ ਛੋਟੀ ਜੀ ਗੱਲ ਹੈ ਇੱਕ, ਹੁਣ ਆਪਾਂ ਇੱਥੇ ਮੇਰਾ ਵੀ ਚਲੋ ਰਿਸ਼ਤੇਦਾਰ ਹੀ ਸੀਗਾ, ਤੇ ਉਹ ਵੀ ਹੈ ਨਾ ਵਿਚਾਰਾ ਨਸ਼ੇ 'ਚ ਪੈ ਗਿਆ ਸੀ, ਤੇ ਮੈਂ ਹੈ ਨਾ ਚਲੋ ਉਹਨੂੰ ਭੇਜ ਦਿੱਤਾ ਸੈਂਟਰ ਭੇਜਿਆ। ਉਦੋਂ ਉਹਦੀ ਮੈਨੂੰ ਮਾਂ ਦਾ ਫੋਨ ਆਇਆ ਵਿਚਾਰੀ ਰੋਂਦੀ ਦਾ, ਕਹਿੰਦੀ ਵੀ ਮੇਰੇ ਮੁੰਡੇ ਨੇ ਮੇਰਾ ਸਿਰ ਪਾੜ ਦਿੱਤਾ, ਕੁੱਟ ਕੇ ਘਰੋਂ ਕੱਢਤਾ, ਤੇ ਬਾਪ ਦੀ ਦਾੜੀ ਪੱਟੀ ਆ। ਉੱਥੇ ਹੁਣ ਨਾ ਤਾਂ ਕੋਈ ਪੁਲਿਸ ਪ੍ਰਸ਼ਾਸਨ ਪਹੁੰਚਦਾ, ਉਹ ਕਹਿੰਦੇ ਜੀ ਅਸੀਂ ਕੀ ਹੈ ਨਾ ਕਰੀਏ, ਤੁਹਾਡਾ ਘਰ ਦਾ ਮਾਮਲਾ ਸੁਲਝਾਓ ਤੁਸੀਂ। ਤੇ ਫਿਰ ਮੈਂ ਸੈਂਟਰ ਵਾਲੇ ਨੂੰ ਫੋਨ ਕੀਤਾ ਜੀ, ਮੈਂ ਕਿਹਾ ਵੀ ਭਾਜੀ ਇੱਥੇ ਬੰਦਾ ਇੱਦਾਂ ਸਾਡਾ ਨਸ਼ਾ ਕਰਦਾ, ਵੀ ਤੁਸੀਂ ਲੈ ਜਾਓ। ਉਹ ਤਾਂ ਭਾਜੀ ਰੱਬ ਵਾਂਗੂ ਪਹੁੰਚੇ ਸਾਡੇ ਕੋਲ, ਤੇ ਅਸੀਂ ਉਹਨਾਂ ਨੂੰ ਕਿੱਦਾਂ ਮਾੜਾ ਕਹਿ ਦਈਏ। ਐ ਨਹੀਂ ਜਿਨ੍ਹਾਂ ਨੇ ਉਹ ਇੱਥੋਂ ਸਿਰ ਪਾੜਿਆ ਸੀ ਮੁੰਡੇ ਨੇ ਵਿਚਾਰੀ ਨੇ, ਮਾਤਾ ਦਾ। ਹਾਂ, ਤੇ ਉਹਦੀ ਮਾਂ ਹੈ ਨਾ ਬੁੱਢੀ ਆ ਵਿਚਾਰੀ, ਤੁਰ ਨਹੀਂ ਹੁੰਦਾ ਗੋਡਿਆਂ ਤੋਂ, ਤੇ ਉਹਨੂੰ ਕੁੱਟ ਕੇ ਘਰੋਂ ਕੱਢਿਆ ਵੀ ਮੈਨੂੰ ਨਸ਼ੇ ਲਈ ਪੈਸੇ ਦੇ, ਜਿੱਥੋਂ ਮਰਜ਼ੀ ਲੈ ਕੇ ਆ, ਭਾਵੇਂ ਕਿਤੇ ਮੰਗ ਕੇ ਲਿਆ। ਇਹ ਵੀ ਇੱਕ ਐਂਗਲ ਹੈ, ਜਿੱਦਾਂ ਬਾਈ ਹੁਣੀ ਗੱਲ ਕਰ ਰਹੇ ਨੇ। ਫਿਰ ਡੀ ਐਡਿਕਸ਼ਨ ਸੈਂਟਰਾਂ ਦਾ ਇਹ ਵੀ ਤਾਂ ਇੱਕ ਪੱਖ ਹੈ ਨਾ, ਵੀ ਉਹਨਾਂ ਨੇ ਜਿੱਦਾਂ ਬਾਈ ਹੁਣੀ ਦੱਸਿਆ, ਜੇ 30 ਦੇ ਹਿਸਾਬ ਨਾਲ ਵੀ ਲਾ ਲਈਏ 30,000 ਬੰਦਾ ਡੀ ਐਡਿਕਸ਼ਨ ਸੈਂਟਰਾਂ ਦੇ ਵਿੱਚ ਸਾਂਭਿਆ ਹੋਇਆ। ਨੋ ਡਾਊਟ ਅਸੀਂ ਵੀ ਮੰਨਦੇ ਹਾਂ ਕਿ ਬਹੁਤ ਸਾਰੇ ਡੀ ਐਡਿਕਸ਼ਨ ਸੈਂਟਰ ਗਲਤ ਤਰੀਕੇ ਨਾਲ ਵੀ ਚੱਲਦੇ ਨੇ, ਜਿਨ੍ਹਾਂ ਦਾ ਕੋਈ ਰਜਿਸਟਰ ਨਹੀਂ ਹੈ, ਉਹਨਾਂ ਤੇ ਕਾਰਵਾਈਆਂ ਸਮੇਂ-ਸਮੇਂ ਹੋਣੀਆਂ ਵੀ ਚਾਹੀਦੀਆਂ। ਪਰ ਅੱਜ ਜਿਹੜੇ ਸਮੇਂ ਦੀ ਲੋੜ ਜਿਹੜੀ ਮੰਗ ਹੈ ਉਹ ਇਹ ਹੈ ਵੀ ਜੇ ਤੁਸੀਂ ਯੁੱਧ ਨਸ਼ਾ ਵਿਰੁੱਧ ਨੂੰ ਸਫਲ ਬਣਾਉਣਾ ਹੈ ਤਾਂ ਤੁਸੀਂ ਨੰਬਰ ਗੇਮ ਨਾ ਖੇਡੋ, ਜਿਹੜੀ ਨੰਬਰ ਗੇਮ ਇਹ ਖੇਡ ਰਹੇ ਨੇ। ਹੁਣ ਬਾਈ ਉਸ ਗੱਲ ਤੇ ਚਾਨਣਾ ਪਾਇਓ ਵੀ ਕੀ ਉਹ ਬਾਈ ਹੁਣੀ ਇਸ ਟਾਈਮ ਵਿੱਚ ਨੇ ਉਸ ਸੈਂਟਰ ਦੇ, ਜਾਂ ਫਿਰ ਉਹਨਾਂ ਤੇ ਵੀ ਇਹੀ ਕਾਰਵਾਈ ਹੋਈ ਜਿਹੜੀ ਬਾਈ ਹੁਣੀ ਦੱਸੀ ਸੀ? ਨਹੀਂ, ਉਹਨਾਂ ਤੇ ਭਾਜੀ ਮੈਂ ਅੱਜ ਤੋਂ ਤਕਰੀਬਨ 1 ਮਹੀਨਾ ਪਹਿਲਾਂ ਨੂੰ ਭੇਜਿਆ ਸੀ ਕਿਤੇ, ਹਾਂਜੀ, ਤੇ 10 ਦਿਨ ਪਹਿਲਾਂ ਉਹਨਾਂ ਤੇ ਸੈਂਟਰ ਵਾਲੇ ਦੇ ਕੋਈ ਕਾਰਵਾਈ ਹੋ ਗਈ, ਤੇ ਉਹਨਾਂ ਦਾ ਸੈਂਟਰ ਬੰਦ ਹੋ ਗਿਆ। ਫੇਰ ਆ ਕੇ ਉਹ ਉਹੀ ਕੁਝ ਕਰ ਰਿਹਾ, ਮਾਂ ਨੂੰ ਕੁੱਟ ਰਿਹਾ ਆ, ਪਿਓ ਨੂੰ ਕੁੱਟ ਰਿਹਾ ਆ, ਸਿਲੰਡਰ ਵੇਚ ਦਿੱਤਾ, ਘਰ ਦੇ ਭਾਂਡੇ ਤੱਕ ਪਿੱਤਲ ਦੇ ਪਏ ਹੁੰਦੇ ਘਰਾਂ 'ਚ, ਉਹ ਵੀ ਚੱਕ ਵੇਚ ਦਿੱਤੇ ਆ। ਤੇ ਹੁਣ ਸਾਨੂੰ ਵੀ ਨਹੀਂ ਕੋਈ ਰਾਸਤਾ ਲੱਭ ਰਿਹਾ ਵੀ ਕਿੱਥੇ ਉਹਨੂੰ ਭੇਜਿਆ ਜਾਵੇ, ਕਿਉਂਕਿ ਜਦੋਂ ਸਰਕਾਰ ਲੈ ਜਾਂਦੀ ਆ ਸੈਂਟਰਾਂ 'ਚੋਂ ਮੁੰਡੇ, ਸਿਵਲ ਹਸਪੀਟਲ ਲੈ ਗਏ ਉਹਨਾਂ ਨੇ, ਜਾਂ ਤਾਂ ਯਾਰ ਮੈਂ ਇਹ ਕਹਿਣਾ ਚਾਹ ਰਿਹਾ ਪ੍ਰਸ਼ਾਸਨ ਨੂੰ ਵੀ ਤੁਸੀਂ ਲੈ ਗਏ ਠੀਕ ਆ, ਬਹੁਤ ਵਧੀਆ ਕੀਤਾ ਹਨਾ, ਵੀ ਤੁਹਾਨੂੰ ਉੱਥੇ ਕੋਈ ਨਾ ਕੋਈ ਕਮੀਆਂ ਲੱਭੀਆਂ ਹੋਣਗੀਆਂ, ਤੁਸੀਂ ਲੈ ਗਏ, ਕਾਰਵਾਈ ਕਰਤੀ, ਬਹੁਤ ਵਧੀਆ ਕੀਤਾ। ਪਰ ਜਿਹੜੇ ਬੱਚੇ ਲੈ ਕੇ ਗਏ ਉਹਨਾਂ ਨੂੰ ਸਾਂਭੋ ਤਾਂ ਸਹੀ ਯਾਰ, ਘਰ ਦੇ ਅੱਗੇ ਉਹਨਾਂ ਤੋਂ ਦੁਖੀ ਆ, ਸਮਾਜ ਅੱਗੇ ਉਹਨਾਂ ਤੋਂ ਦੁਖੀ ਆ, ਤੇ ਹੁਣ ਜਾਣ ਕਿੱਧਰ ਨੂੰ, ਮਾਂ ਉਹਨਾਂ ਦੀ, ਪਿਓ ਉਹਨਾਂ ਦਾ ਕਿੱਧਰ ਨੂੰ ਜਾਵੇ? ਗੱਲ ਇਹ ਆ। ਤੇ ਬਾਕੀ ਆંકੜਿਆਂ ਦੀ ਗੱਲ ਆ ਵੀ ਜਿਹੜੇ ਆંકੜੇ ਆ ਉਹ ਸਿਰਫ ਇੱਕ ਇਕੱਠਾ ਕਰ ਰਹੇ ਆ ਵੀ ਅਸੀਂ ਇੰਨੇ ਹਨਾ ਬੱਚੇ ਸਾਡੇ ਕੋਲ ਆਏ ਆ, ਉਹਨਾਂ ਦੇ ਵਿੱਚੋਂ ਸੈੱਟ ਕਿੰਨੇ ਮੈਨੂੰ ਇਹ ਦੱਸ ਦੇਣ। ਸਹੀ ਗੱਲ ਹੈ ਹਨਾ, ਉਹ ਉੱਥੋਂ ਸੈੱਟ ਕਰਦਾ। ਜਿਹੜੀ ਆਪਾਂ ਨਾ ਦਵਾਈ ਦੀ ਗੱਲ ਕਰਦੇ ਵੀ ਜੀਭ ਵਾਲੀ ਗੋਲੀ ਦੇ ਨਾਮ ਤੋਂ ਜਿਹੜੀ ਮਸ਼ਹੂਰ ਹੈ ਅੱਜ ਕੱਲ੍ਹ, ਉਹ ਅੱਜ ਕੱਲ੍ਹ ਲੈ ਕੇ ਉੱਥੋਂ ਹਨਾ, ਮੈਂ ਵੀ ਦੇਖਦਾ ਸਮਾਜ 'ਚ ਵਿਚਰਦੇ, ਆਪਾਂ ਨੂੰ ਪਤਾ ਸਾਰਾ ਜੀ ਹਨਾ, ਉਹ ਲੈ ਕੇ ਸਰਿੰਜਾਂ 'ਚ ਪਾ ਕੇ ਲਾਉਂਦੇ ਆ ਆਪਣੇ ਉਹਨੂੰ ਹਨਾ, ਮਿਲਟ ਕਰ ਲੈਂਦੇ ਆ, ਸਰਿੰਜ 'ਚ ਪਾ ਕੇ ਲਾਉਂਦੇ ਆ, ਉਹਦੀ ਫਾਰਮ ਚੇਂਜ ਕਰ ਲੈਂਦੇ ਆ। ਹੁਣ ਦੇਖੋ ਜੀ, ਗੋਲੀ ਉੱਥੋਂ ਤਾਂ ਮਿਲੀ ਜਾਂਦੀ ਆ, ਸਰਿੰਜਾਂ ਇਹਨਾਂ ਨੂੰ ਮਿਲਦੀਆਂ ਨਹੀਂ ਹੈਗੀਆਂ। ਉਹ ਇੱਕ ਦੂਜੇ ਦੀਆਂ 10-10 ਬੰਦੇ ਵੀ ਸਰਿੰਜਾਂ ਲਾਉਂਦੇ ਆ। ਆਉਣ ਵਾਲੇ ਸਮੇਂ ਦੇ ਵਿੱਚ 10 ਸਾਲਾਂ ਦੇ ਵਿੱਚ HIV ਦਾ ਇੰਨਾ ਕੁ ਜ਼ਿਆਦਾ ਸਿਸਟਮ ਵੱਧ ਜਾਣਾ ਨਾ, ਤੁਸੀਂ ਸੋਚ ਨਹੀਂ ਸਕਦੇ ਜੀ। ਵੱਡੀ ਗੱਲ ਹੈ। ਇਹ ਤਾਂ ਹੁੰਦਾ ਹੈ, ਇਹ ਤਾਂ ਆਮ ਤੌਰ ਤੇ ਸਾਨੂੰ ਵੀ ਸਿਖਾਇਆ ਜਾਂਦਾ ਹੈ ਕਿ ਜਦੋਂ ਤੁਸੀਂ ਨਾਈ ਦੇ ਵੀ ਜਾਂਦੇ ਹੋ ਉੱਥੇ ਵੀ ਟੇਕ ਕੇਅਰ ਕਰੋ ਵੀ ਤੁਹਾਡੇ ਉਹ ਸੇਮ ਜਿਹੜਾ ਬਲੇਡ ਹੈ ਉਹ ਤਾਂ ਨਹੀਂ ਯੂਜ਼ ਕਰ ਰਿਹਾ। ਇੱਥੇ ਬਾਈ ਹੋਣਾ ਦੀ ਗੱਲ ਨਾਲ ਮਿਲਦੀ ਜੁਲਦੀ ਇੱਕ ਹੋਰ ਐਗਜ਼ਾਮਪਲ ਮੈਂ ਦੇ ਦਿੰਦਾ ਕਿ ਮੰਨ ਲਓ ਤੁਸੀਂ ਕਿਸੇ ਹਸਪਤਾਲ ਤੇ ਉਹਦੀਆਂ ਖਾਮੀਆਂ ਕਰਕੇ ਕਾਰਵਾਈ ਕਰਨ ਜਾ ਰਹੇ ਹੋ, ਪਰ ਜਿਹੜਾ ਬੰਦਾ ਉਸੇ ਹਸਪਤਾਲ ਦੇ ਵਿੱਚ ਆਪਰੇਸ਼ਨ ਥੀਏਟਰ 'ਚ ਪਿਆ ਹੋਇਆ, ਜਿਹਦਾ ਆਪਰੇਸ਼ਨ ਹੋ ਰਿਹਾ ਸੀ, ਕੀ ਤੁਸੀਂ ਉਸ ਨੂੰ ਉਸੇ ਆਪਰੇਸ਼ਨ ਹੁੰਦੇ ਹਾਲਤ ਦੇ ਵਿੱਚ ਉਹਦੇ ਘਰੇ ਛੱਡ ਦਿਓਗੇ ਵੀ ਚੱਲ ਭਾਈ ਤੂੰ ਘਰੇ ਚੱਲ, ਇਹ ਹਸਪੀਟਲ ਤਾਂ ਖਰਾਬ ਹੈ, ਕਿ ਉਹਦਾ ਇਲਾਜ ਕਰੋਗੇ? ਇਸੇ ਤਰ੍ਹਾਂ ਇਹ ਪੀੜਤ ਨੇ ਜਿਹੜੇ ਨਸ਼ਾ ਕਰਦੇ ਨੇ, ਤੁਸੀਂ ਨਸ਼ਾ ਪੀੜਤ ਜਿਹੜੇ ਵਿਚਾਰੇ ਉੱਥੇ ਇਲਾਜ ਕਰਾ ਰਹੇ ਸੀ ਉਹਨਾਂ ਨੂੰ ਚੱਕ ਕੇ ਘਰੇ ਭੇਜ ਦਿੰਦੇ ਹੋ ਵੀ ਤੁਸੀਂ ਘਰੇ ਜਾਓ। ਯੁੱਧ ਨਸ਼ਿਆਂ ਵਿਰੁੱਧ ਚੱਲ ਰਿਹਾ ਜਾਂ ਫਿਰ ਇਹ ਯੁੱਧ ਡੀ ਐਡਿਕਸ਼ਨ ਸੈਂਟਰਾਂ ਦੇ ਵਿਰੁੱਧ ਚੱਲ ਰਿਹਾ ਵੀ ਭਾਈ ਤੁਹਾਡੇ ਡੀ ਐਡਿਕਸ਼ਨ ਸੈਂਟਰ ਬੰਦ ਕਰਨੇ ਨੇ, ਅਸੀਂ ਆਂਕੜਾ ਨੰਬਰ ਗੇਮ ਖੇਡਣੀ ਹੈ, ਨੰਬਰ ਗੇਮ ਖੇਡਣ ਦੇ ਲਈ ਸਾਨੂੰ ਲੋੜ ਹੈ ਬੰਦਿਆਂ ਦੀ, ਬੰਦੇ ਰਜਿਸਟਰ ਹੋਣਗੇ ਤੇ ਅਸੀਂ ਫਿਰ ਕਿਸੇ ਨੂੰ ਵੀ RTI ਦੇ ਰਾਹੀਂ ਮੰਗੀ ਗਈ ਜਾਣਕਾਰੀ 'ਚ ਦੇ ਤਾਂ ਸਕਾਂਗੇ ਵੀ ਭਾਈ ਅਸੀਂ ਇੰਨੇ ਬੰਦਿਆਂ ਦਾ, ਨੌਜਵਾਨਾਂ ਦਾ ਨਸ਼ਾ ਛਡਾਤਾ। ਪਰ ਜਿੱਦਾਂ ਬਾਈ ਹੁਣੀ ਕਿਹਾ ਹੈ ਕਿ ਵੱਡੀ ਗਿਣਤੀ ਦੇ ਵਿੱਚ ਲੁੱਟਾਂ ਖੋਹਾਂ ਹੁੰਦੀਆਂ ਨੇ, ਫਿਰ ਘਰ ਦਾ ਸਮਾਨ ਚੱਕ ਕੇ ਵੇਚ ਦਿੰਦੇ ਨੇ, ਫਿਰ ਜਾਣ ਕਿੱਧਰ? ਬਾਈ ਹੱਲ ਕੀ ਦੇਖਦੇ ਹੋ? ਅੰਤ ਦੇ ਵਿੱਚ ਇਹ ਜ਼ਰੂਰ ਸੁਨੇਹਾ ਦੇ ਦਿਓ ਤੁਸੀਂ। ਹੱਲ ਵੀਰ ਜੀ ਇਹੀ ਆ ਵੀ ਸਰਕਾਰ ਨੂੰ ਇਹਨਾਂ ਡੀ ਐਡਿਕਸ਼ਨ ਸੈਂਟਰਾਂ ਦੇ ਨਾਲ ਰਲ ਕੇ ਕੰਮ ਕਰਨ ਦੀ ਲੋੜ ਆ ਅੱਜ ਦੇ ਟਾਈਮ ਦੇ ਵਿੱਚ, ਕਿਉਂਕਿ ਜੇ ਉੱਥੋਂ ਨਾ ਬੱਚੇ ਸੁਧਰ ਕੇ ਜਾਣਗੇ ਤੇ ਜੇ ਆਪਣੇ ਕੋਲ ਨਸ਼ਾ ਕਰਨ ਵਾਲੇ ਨਹੀਂ ਰਹਿਣਗੇ ਤੇ ਨਸ਼ਾ ਲੈਣਾ ਕਿਹਨੇ ਆ ਫਿਰ?
ਹਨਾ ਕੋਈ ਹਨਾ ਕਿਸੇ ਦੇ ਮੂੰਹ 'ਚ ਤੇ ਪਾਊਗਾ ਨਹੀਂਗਾ। ਹਾਂ, ਜਦੋਂ ਕੋਈ ਚੀਜ਼ ਕੰਜ਼ਿਊਮ ਹੁੰਦੀ ਹੈ ਤਾਂ ਹੀ ਉਹਦੀ ਪ੍ਰੋਡਕਸ਼ਨ ਵੱਧਦੀ ਹੈ। ਵੱਧਦੀ ਆ। ਜੇ ਹੁਣ ਮੈਂ ਇੱਥੇ ਖੜਾ ਹਾਂ ਜੀ, ਮੈਨੂੰ ਹੁਣ ਨਸ਼ੇ ਦੀ ਲੋੜ ਹੀ ਨਹੀਂ ਹੈਗੀ, ਮੈਨੂੰ ਕੋਈ ਹਨਾ ਕਿੱਦਾਂ ਦੇਣਾ ਜਾਏਗਾ ਜਾਂ ਮੈਂ ਹਨਾ ਕਿਸੇ ਕੋ ਕਾਹਦੇ ਲਈ ਲੈਣ ਜਾਵਾਂਗਾ ਜੀ, ਹਨਾ। ਤੇ ਬਾਕੀ ਇੱਕ ਇਹ ਵੀ ਨੈਗੇਟਿਵਿਟੀ ਆ ਵੀ ਸੈਂਟਰਾਂ ਦੇ ਵਿੱਚ ਕੁੱਟਮਾਰ ਹੁੰਦੀ ਆ, ਇਦਾਂ ਕਰਦੇ ਆ, ਹਨਾ। ਹੁਣ ਦੇਖੋ ਵੀਰ ਜੀ, ਮੈਂ ਵੀ ਇੰਟਰਵਿਊਆਂ ਦੇਖੀਆਂ ਨਾ ਮੁੰਡਿਆਂ ਦੀਆਂ ਫੇਸਬੁੱਕ ਤੇ ਜਾਂ ਇੰਸਟਾਗ੍ਰਾਮ ਤੇ ਲਾ ਲਓ ਕਿਤੇ ਵੀ, ਹਨਾ। ਕਹਿੰਦੇ ਜੀ ਸੈਂਟਰਾਂ ਦੇ ਵਿੱਚ ਸਾਨੂੰ ਹਨਾ ਕੁੱਟਿਆ ਜਾਂਦਾ, ਇਹ ਕੀਤਾ ਜਾਂਦਾ ਆ, ਤਸ਼ੱਦਦ ਕੀਤਾ ਜਾਂਦਾ ਆ। ਤੇ ਵੀਰ ਜੀ ਸੋਚਣ ਵਾਲੀ ਗੱਲ ਇਹ ਆ ਵੀ ਜਦੋਂ ਆਪਾਂ ਆਪਣੀ ਮਾਂ ਦਾ ਸਿਰ ਪਾੜਦੇ ਆ ਉਦੋਂ ਨਹੀਂ ਸਾਨੂੰ ਤਸ਼ੱਦਦ ਦੀਦਾ, ਉਦੋਂ ਨਹੀਂ ਸਾਨੂੰ ਕੁੱਟਮਾਰ ਦੀਦੀ। ਜਦੋਂ ਅਸੀਂ ਆਪਣੇ ਪਿਓ ਦੀ ਦਾੜੀ ਫੜਦੇ ਆ ਉਦੋਂ ਨਹੀਂ ਸਾਨੂੰ ਲੱਗਦਾ, ਹਾਂ ਉਦੋਂ ਨਹੀਂ ਕੁੱਟਮਾਰ ਦੀਦੀ ਹੈਗੀ। ਜਦੋਂ ਹਨਾ ਬੁੱਢੀ ਮਾਂ ਨੂੰ ਧੱਕੇ ਮਾਰ ਕੇ ਘਰੋਂ ਅਸੀਂ ਬਾਹਰ ਕੱਢਦੇ ਆ ਉਦੋਂ ਨਹੀਂ ਕੁਛ ਵੀ ਦੀਦਾ ਸਾਨੂੰ। ਤੇ ਜਦੋਂ ਸਾਡੇ ਦੋਗ ਲੱਗ ਜਾਂਦੀਆਂ ਉਦੋਂ ਸਾਨੂੰ ਸੈਂਟਰਾਂ ਵਾਲੇ ਮਾੜੇ ਲੱਗਦੇ ਆ। ਪਰ ਇੱਕ ਹੋਰ ਚੀਜ਼ ਹੈ, ਮੈਂ ਨਹੀਂ ਦੇਖਿਆ ਵੀ ਕੋਈ ਸਰਕਾਰੀ ਡੀ ਐਡਿਕਸ਼ਨ ਸੈਂਟਰ ਇਦਾਂ ਦਾ ਹੋਵੇ ਜਿਹੜਾ ਨੱਠ ਕੇ ਨੌਜਵਾਨਾਂ ਨੂੰ ਫੜਦਾ ਹੋਵੇ। ਮੈਂ ਅੱਖੀਂ ਦੇਖੀਆਂ ਹੋਈਆਂ ਤਸਵੀਰਾਂ ਆਪਣੇ ਪਿੰਡਾਂ ਦੀਆਂ, ਆਪਣੇ ਆਲੇ ਦੁਆਲੇ ਦੀਆਂ ਨੇ, ਜਦੋਂ ਪ੍ਰਾਈਵੇਟ ਡੀ ਐਡਿਕਸ਼ਨ ਸੈਂਟਰਾਂ ਦੇ ਨੌਜਵਾਨ ਮੁੰਡੇ ਜਿਹੜੇ ਉਹਨਾਂ ਨੇ ਰੱਖੇ ਹੋਏ ਨੇ, ਉਹ ਨੱਠ ਕੇ ਖੇਤਾਂ 'ਚੋਂ ਨੌਜਵਾਨਾਂ ਨੂੰ ਫੜਦੇ ਨੇ ਵੀ ਨਹੀਂ ਭਾਈ, ਘਰੋਂ ਭੱਜ ਜਾਂਦਾ ਬੱਚਾ, ਹੁਣ ਉਹਨੂੰ ਫੜ ਕੇ ਲਿਜਾਣਾ ਤਾਂ ਹੈ, ਇਲਾਜ ਤਾਂ ਕਰਾਉਣਾ, ਕਿਉਂਕਿ ਹਰੇਕ ਮਾਪਾ ਚਾਹੁੰਦਾ ਹੈ ਕਿ ਮੇਰਾ ਬੱਚਾ ਸੁਰੱਖਿਅਤ ਹੋਵੇ, ਸਾਡੇ ਭਵਿੱਖ ਦਾ ਸਹਾਰਾ ਬਣੇ, ਨਾ ਕਿ ਅਸੀਂ ਉਹਨੂੰ ਸਾਂਭਦੇ ਫਿਰੀਏ। ਬਿਲਕੁਲ ਜੀ। ਦੇਖੋ ਜੀ, ਸਰਕਾਰ ਦਾ ਕੰਮ ਹੈ ਦਿਖਾਵਾ ਕਰਨਾ। ਉਹਨਾਂ ਨੇ ਸਿਰਫ ਇੰਟਰਵਿਊਆਂ ਕਰਨੀਆਂ, ਸੋਸ਼ਲ ਮੀਡੀਆ ਤੇ ਪਾਉਣਾ ਆ, ਉਹਨਾਂ ਦਾ ਗਰਾਊਂਡ ਲੈਵਲ ਤੇ ਕੰਮ ਨਹੀਂ ਹੁੰਦਾ ਕੋਈ ਵੀ। ਤੁਸੀਂ ਅੱਜ ਵੀ ਮੇਰੇ ਨਾਲ ਜਾ ਕੇ ਦੇਖ ਲੈਂਦੇ ਆਪਾਂ ਸਿਵਲ ਹਸਪੀਟਲ ਜਿਹੜਾ ਇਹਨਾਂ ਦਾ ਡਰੱਗ ਡੀ ਐਡਿਕਸ਼ਨ ਸੈਂਟਰ ਬਣਿਆ, ਕਿੰਨੇ ਉੱਥੇ ਬੱਚੇ ਦਾਖਲੇ। ਇਹ ਚਲਾ ਤਾਂ ਰਿਹਾ ਵੀ ਯੁੱਧ ਨਸ਼ਿਆਂ ਵਿਰੁੱਧ, ਦਾਖਲ ਉੱਥੇ ਕੋਈ ਨਹੀਂ ਹੋਣਾ। ਦੇਖ ਲੈਂਦੇ ਆਪਾਂ ਜਾ ਕੇ। ਸਗੋਂ ਗਿਣਤੀ ਵਧਣੀ ਚਾਹੀਦੀ ਆ ਉੱਥੇ, ਜੇ ਹੁਣ ਇਹ ਕਾਰਵਾਈਆਂ ਕਰ ਰਹੇ ਆ ਉੱਥੇ ਸਗੋਂ ਹੋਰ ਲੱਗਣੀ ਚਾਹੀਦੀ ਆ ਵੀ ਉੱਥੇ ਇੰਨਾ ਰੱਚ ਹੋਵੇ ਵੀ ਭਾਈ ਮੈਨੂੰ ਤਾਂ ਨਸ਼ਾ ਨਹੀਂ ਮਿਲ ਰਿਹਾ। ਕਿਉਂਕਿ ਜਦੋਂ ਤੁਸੀਂ ਕਾਰਵਾਈ ਕਰੋਗੇ ਫਿਰ ਉਹਦਾ ਰਿਜ਼ਲਟ ਤਾਂ ਇਹੀ ਹੋਣਾ ਨਾ ਵੀ ਮਾਰਕੀਟ 'ਚ ਨਸ਼ਾ ਨਹੀਂ ਅਵੇਲੇਬਲ, ਤਾਂ ਉਹ ਬੰਦਾ ਕਿਤੇ ਤਾਂ ਦੌੜੂਗਾ ਭਾਈ ਜੇ ਨਸ਼ਾ ਹੀ ਨਹੀਂ ਅਵੇਲੇਬਲ, ਮੈਂ ਉਹਦੀ ਦਵਾਈ ਲੈ ਲਵਾਂ, ਮੈਂ ਠੀਕ ਤਾਂ ਹੋਵਾਂ। ਇਹ ਨਹੀਂ ਹੋ ਰਿਹਾ। ਨਹੀਂ ਜੀ, ਨਹੀਂ ਹੋਣਾ ਹੀ ਨਹੀਂ ਗਾ ਇੱਦਾਂ। ਇਹ ਜਦੋਂ ਹਨਾ ਤੋੜ ਲੱਗਦੀ ਆ, ਬੱਚੇ ਨੂੰ ਕੁਛ ਨਹੀਂ ਦੀਦਾ ਹੁੰਦਾ। ਮੈਂ ਉਹਨਾਂ ਦੀ ਗਲਤੀ ਨਹੀਂ ਕੱਢ ਰਿਹਾ ਵੀ ਜਿਹੜੇ ਹਨਾ ਨਸ਼ਾ ਕਰਦੇ, ਕਿਉਂਕਿ ਉਹ ਤਾਂ ਆਪ ਇੱਕ ਬਿਮਾਰ ਆ, ਹਨਾ। ਕਿਉਂਕਿ ਉਹ ਇੱਕ ਨਸ਼ੇ ਦੀ ਬਿਮਾਰੀ ਤੋਂ ਪੀੜਿਤ ਆ। WHO ਨੇ ਵੀ ਇਹਨੂੰ ਇੱਕ ਨਸ਼ੇ ਨੂੰ ਇੱਕ ਨਾ ਬਿਮਾਰੀ ਘੋਸ਼ਿਤ ਕੀਤਾ ਹੋਇਆ, ਮਾਨਸਿਕ ਬਿਮਾਰੀ ਆ ਇਹ। ਇਹਨੂੰ ਸਿਰਫ ਆਪਾਂ ਬਾਉਂਡੇਸ਼ਨ 'ਚ ਰਹਿ ਕੇ ਹੀ ਕਿਸੇ ਨੂੰ ਆਪਾਂ ਅੰਦਰ ਰੱਖ ਕੇ ਹੀ ਸੈੱਟ ਕਰ ਸਕਦੇ ਹਾਂ। ਉੱਦਾਂ ਨਹੀਂ ਜੇ ਆਪਾਂ ਖੁੱਲ੍ਹਾ ਕਹਿ ਦਈਏ ਵੀ ਜਾ ਤੂੰ ਕਾਕਾ ਦਵਾਈ ਖਾਈ ਆ, ਤੇ ਉਹ ਅਗਲੇ 2-2 ਸਾਲ ਦਾ ਤੁਸੀਂ ਉੱਥੇ ਜਾ ਕੇ ਨਾ ਸਿਵਲ ਦੇ ਵਿੱਚ ਰਿਕਾਰਡ ਕਢਾ ਲਓ ਵੀ ਕਿਹੜਾ ਬੱਚਾ ਕਿੰਨੇ ਸਾਲ ਤੋਂ ਦਵਾਈ ਖਾ ਰਿਹਾ। 5-5 ਸਾਲ ਤੱਕ ਦੇ ਰਿਕਾਰਡ ਨਿਕਲੇ ਹੋਣਗੇ ਬੱਚਿਆਂ ਦੇ ਵੀ, ਜਿਹੜੇ ਜਦੋਂ ਤਾਂ ਉਹਨਾਂ ਨੂੰ ਨਸ਼ਾ ਨਹੀਂ ਮਿਲਦਾ ਤਾਂ ਉਹ ਦਵਾਈ ਖਾ ਲੈਂਦੇ ਆ, ਜਦੋਂ ਉਹਨਾਂ ਦੇ ਕੋਲ ਨਸ਼ੇ ਲਈ ਪੈਸੇ ਆ ਜਾਂਦੇ ਤਾਂ ਉਹ ਨਸ਼ਾ ਕਰ ਲੈਂਦੇ ਆ। ਇਹ ਨਹੀਂ ਹੈਗਾ ਵੀ ਬਿਲਕੁਲ ਹੀ ਕਲੀਨ ਕੀਤੇ ਪਏ। ਮੈਂ ਸਿਰਫ ਇੱਕੋ ਹੀ ਬੇਨਤੀ ਕਰਨਾ ਚਾਹੂੰਗਾ ਪ੍ਰਸ਼ਾਸਨ ਨੂੰ, DC ਸਾਹਿਬ ਹੁਣਾਂ ਨੂੰ, ਸਾਰੇ ਜ਼ਿਲ੍ਹਿਆਂ ਦਿਆਂ ਨੂੰ, ਵੀ ਜਿੰਨੇ ਵੀ ਤੁਹਾਡੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਡਰੱਗ ਡੀ ਐਡਿਕਸ਼ਨ ਸੈਂਟਰ ਆ, ਤੁਸੀਂ ਉਹਨਾਂ ਦੇ ਉੱਤੇ ਕਾਰਵਾਈ ਕਰਨ ਦੀ ਬਜਾਏ ਉਹਨਾਂ ਨੂੰ ਸਹੂਲਤਾਂ ਦਿਓ। ਤੁਸੀਂ ਉਹਨਾਂ ਨੂੰ ਡਾਕਟਰ ਪ੍ਰੋਵਾਈਡ ਕਰੋ ਵੀ ਤੁਸੀਂ ਕੰਮ ਕਰ ਰਹੇ ਆ, ਵੀ ਕੁਛ ਸਰਕਾਰ ਵੀ ਤੁਹਾਡਾ ਸਾਥ ਦੇ ਰਹੀ ਆ। ਤਾਂ ਜਾਂ ਜਿਹੜੇ ਚਾਰਜ ਕਰਦੇ ਨੇ, ਪੈਸੇ ਲੈਂਦੇ ਨੇ, ਉਹਨਾਂ ਨੂੰ ਕੋਈ ਇਦਾਂ ਦੀ ਸਹੂਲਤ ਦਿੱਤੀ ਜਾਵੇ ਵੀ ਉਹ ਉੱਥੇ ਲੋਕਾਂ ਨੂੰ ਵੱਧ ਤੋਂ ਵੱਧ ਨੌਜਵਾਨਾਂ ਨੂੰ ਨਸ਼ਾ ਛਡਾਉਣ ਲਈ ਰੱਖ ਵੀ ਸਕਣ ਤੇ ਉਹਨਾਂ ਦਾ ਖਰਚਾ ਵੀ ਚੱਕਿਆ ਜਾਵੇ ਕਿਸੇ ਤਰੀਕੇ। ਬਿਲਕੁਲ ਜੀ, ਬਿਲਕੁਲ। ਸਟਾਫ, ਜੇ ਹੁਣ ਸਟਾਫ ਹੀ ਸਰਕਾਰ ਨੇ ਮੁਹੱਈਆ ਕਰਵਾਤਾ, ਡਾਕਟਰ ਸਰਕਾਰ ਨੇ ਮੁਹੱਈਆ ਕਰਵਾਤਾ, ਜਿਹੜੇ ਉੱਥੇ ਬੈਠੇ ਆ ਉਹ ਤਾਂ ਚਲੋ ਸੇਵਾ ਭਾਵਨਾ ਲਾ ਲਓ, ਚਲੋ ਜਿੱਦਾਂ ਵੀ ਲਾ ਲਓ, ਬੈਠੇ ਆ ਉਹ, ਹਨਾ। ਉਹਨਾਂ ਨੇ ਤਾਂ ਕੰਮ ਆਪਣਾ ਕਰੀ ਜਾਣਾ ਜੀ। ਬਾਕੀ ਕੁਛ ਮੇਰੇ ਕਹਿਣ ਦਾ ਮਤਲਬ ਇਹ ਆ ਵੀ ਸਰਕਾਰ ਨੂੰ ਵੀ ਉਹਨਾਂ ਦਾ ਸਾਥ ਦੇਣਾ ਚਾਹੀਦਾ। ਜੇ ਆਪਾਂ ਯੁੱਧ ਨਸ਼ਿਆਂ ਵਿਰੁੱਧ ਛੇੜਿਆ ਹੋਇਆ ਤੇ ਇਹ ਸਿਰਫ ਇਦਾਂ ਨਹੀਂ ਵੀ ਕਿਸੇ ਦਾ ਘਰ ਢਾਹ ਦਿਓ ਤੇ ਨਸ਼ਾ ਬੰਦ ਹੋ ਜਾਊਗਾ, ਹਨਾ। ਕਿਸੇ ਦਾ ਐਨਕਾਊਂਟਰ ਕਰ ਦਿਓ ਤੇ ਨਸ਼ਾ ਬੰਦ, ਨਸ਼ਾ ਇਦਾਂ ਨਹੀਂ ਬੰਦ ਹੋਣਾ ਜੀ, ਹਨਾ। ਇਹ ਆਪਾਂ ਨੂੰ ਜ਼ਮੀਨੀ ਪੱਧਰ ਤੇ ਕੰਮ ਕਰਨ ਦੀ ਲੋੜ ਆ, ਨਾ ਕਿ ਸੋਸ਼ਲ ਮੀਡੀਆ ਤੇ ਪੋਸਟਾਂ ਪਾਉਣ ਦੀ ਲੋੜ ਆ। ਉਹ ਕੰਟੈਂਟ ਕ੍ਰੀਏਸ਼ਨ ਜ਼ਿਆਦਾ ਹੋ ਰਹੀ ਹੈ ਇਸ ਚੱਕਰ ਦੇ ਵਿੱਚ, ਬਾਕੀ ਗੱਲਾਂ ਘੱਟ ਨੇ। ਬਹੁਤ ਧੰਨਵਾਦ ਜੀ। ਤੋ ਇੱਧਰ ਮੌਂਟੀ ਬਾਈ, ਤੁਸੀਂ ਜ਼ਰਾ ਚਾਨਣਾ ਪਾ ਦਿਓ ਕਿ ਇਹ ਸਾਰੇ ਦੇ ਵਿੱਚ, ਜਿੱਦਾਂ ਹੁਣ ਬਾਈ ਹੁਣੀ ਗੱਲ ਕੀਤੀ ਹੈ ਕਿ ਇਹ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ, ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਮਾਮਲੇ ਦੇ ਉੱਪਰ? ਵੀ ਇਨਕਾਊਂਟਰ ਵੀ ਕਰ ਲੈ, ਉਹ ਵੀ ਇੱਕ ਤਰੀਕੇ ਦੀ ਕੰਟੈਂਟ ਕ੍ਰੀਏਸ਼ਨ ਹੈ, ਵੀ ਅਸੀਂ ਮਾਈਕ ਤੇ ਬੋਲ ਸਕੀਏ ਵੀ ਆਹ ਦੇਖੋ ਅਸੀਂ ਇੰਨੀ ਕਾਰਵਾਈ ਕਰਤੀ, ਜਾਂ ਇਹ ਮਾਈਕ ਤੇ ਬੋਲ ਸਕੀਏ ਵੀ ਆਹ ਦੇਖੋ ਘਰ ਢਹਿੰਦੇ ਤੁਸੀਂ ਦੇਖ ਰਹੇ ਹੋ, ਸੋਸ਼ਲ ਮੀਡੀਆ ਤੇ ਵੀਡੀਓਜ਼ ਵਾਇਰਲ ਹੋ ਰਹੀਆਂ ਨੇ ਲਗਾਤਾਰ। ਇਸ ਤੋਂ ਹਟ ਕੇ ਕੀ ਕਰਨ ਦੀ ਲੋੜ ਹੈ ਸੱਚੀਓ ਧਰਾਤਲ ਦੇ ਉੱਪਰ, ਜਿਹਦੇ ਨਾਲ ਅਸਲ 'ਚ ਅਸਰ ਹੋਊਗਾ? ਇਹਦੇ ਨਾਲ ਨਾ ਭਾਜੀ, ਇੱਕ ਤੁਹਾਨੂੰ ਸਾਰੇ ਪਹਿਲੂ ਦੇਖਣੇ ਪਊਗੇ। ਇੱਕ ਤੇ ਤੁਹਾਨੂੰ ਵੀ ਜਿਹੜੇ ਬੱਚੇ ਨਸ਼ਾ ਕਰਦੇ ਆ, ਸਭ ਤੋਂ ਪਹਿਲੇ ਨੰਬਰ ਤੇ ਉਹਨਾਂ ਦਾ ਧਿਆਨ ਰੱਖਣਾ ਪਊਗਾ। ਉਹਨਾਂ ਨੂੰ ਕਿੱਦਾਂ, ਕਿਉਂਕਿ ਸਰਕਾਰ ਤੋਂ ਮੰਨਿਆ ਵੀ ਵਧੀਆ ਪੜ੍ਹੇ ਲਿਖੇ ਡਾਕਟਰ ਹੈਗੇ ਆ ਜਿਨ੍ਹਾਂ, ਪਰ ਉਹਨਾਂ ਕੋਲ ਜਿੱਦਾਂ
ਜਿੱਦਾਂ ਪ੍ਰੈਕਟੀਕਲ ਹੈ ਨਹੀਂ ਨਾ, ਉਹਨਾਂ ਨੇ ਆਪ ਨਹੀਂ ਨਸ਼ਾ ਕੀਤਾ ਹੁੰਦਾ, ਉਹਨਾਂ ਨੇ ਤਾਂ ਪੜ੍ਹਾਈ ਕੀਤੀ ਹੁੰਦੀ ਆ। ਇਹ ਜਿੱਦਾਂ ਮਤਲਬ ਜਿਹੜੇ ਬੰਦਿਆਂ ਨੇ ਪਹਿਲਾਂ ਨਸ਼ਾ ਛੱਡਿਆ ਆ ਉਹਨਾਂ ਦਾ ਸਾਥ ਲੈ ਕੇ ਇਦਾਂ ਨਹੀਂ ਵੀ ਲਾ ਲਓ ਵੀ ਹਫ਼ਤੇ ਬਾਅਦ ਅਗਲਾ ਕੋਈ ਆਣ ਕੇ ਤੇ ਚਲੋ ਅੱਧਾ ਘੰਟਾ ਬੋਲ ਕੇ ਚਲ ਗਿਆ, ਨਹੀਂ। ਜਿਹੜੇ ਮਤਲਬ ਡੀ ਐਡਿਕਸ਼ਨ ਸੈਂਟਰ ਆ ਜਿਹੜੇ ਚਲੋ ਵੀ ਇਹਨਾਂ ਨੂੰ ਉਹਨਾਂ ਨੂੰ ਹੁਣ ਲਾਇਸੈਂਸ ਵੀ ਇਹਨਾਂ ਨੂੰ ਅਪਲਾਈ ਕਰਨੇ ਚਾਹੀਦੇ, ਇਹਨਾਂ ਨੂੰ ਦੇਣੇ ਚਾਹੀਦੇ ਆ, ਕਿਉਂਕਿ ਉਹ ਹੁਣ ਅਮਰੀਕਾ ਦੀ ਸਰਕਾਰ ਨੇ ਥੋੜ੍ਹੋ ਦੇਣੇ ਆ, ਤੁਹਾਡੇ ਹੱਥ ਵਸ ਆ। ਜੇ ਤੁਸੀਂ ਚਾਹੁੰਦੇ ਆ ਵੀ ਯੁੱਧ ਜਿਹੜਾ ਅੱਗੇ ਚੱਲੇ ਤੇ ਇਹਨਾਂ ਨੂੰ ਨਾਲ ਲੈ ਕੇ ਤੁਰੋ ਸਾਰਿਆਂ ਨੂੰ ਨਾ ਫੇਰ, ਕਿਉਂਕਿ ਮੈਂ ਆਪ ਉੱਥੋਂ ਠੀਕ ਹੋਇਆ, ਮੈਂ ਵੀ ਸੈਂਟਰ ਵਿੱਚੋਂ ਠੀਕ ਹੋਇਆ। ਮੈਂ 4 ਮਹੀਨੇ ਆਪਣੇ ਆਪ ਨੂੰ ਦਿੱਤੇ, ਮੈਂ ਹੁਣ ਮੈਨੂੰ 19 ਮਹੀਨੇ ਹੋ ਗਏ, ਮੈਂ ਬਿਲਕੁਲ ਸਹੀ ਹਾਂ, ਮੈਂ ਬੀਅਰ ਤੱਕ ਨਹੀਂ ਪੀਤੀ। ਅੱਛਾ, ਕਹਿਣ ਦਾ ਮਤਲਬ ਇਹ ਆ ਵੀ ਜਿਹੜੀ ਰਿਕਵਰੀ ਆ ਸਹੀ ਮੈਨੇ ਵਿੱਚ ਉੱਥੋਂ ਹੀ ਨਿਕਲਦੀ। ਜਿਹੜੇ ਬੰਦਿਆਂ ਨੇ ਪਹਿਲਾਂ ਨਸ਼ਾ ਕਰਕੇ ਤੇ ਛੱਡਿਆ ਹੋਵੇ ਉਹਨਾਂ ਨੂੰ ਪਤਾ ਹੁੰਦਾ ਕਿੱਦਾਂ ਚੀਜ਼ਾਂ ਤੋਂ ਬਚਣਾ, ਕਿੱਦਾਂ ਮਤਲਬ ਅਸੀਂ ਕਿਹੜੇ ਰਾਹਾਂ ਤੇ ਚੱਲਣਾ ਹੈ, ਕਿੱਦਾਂ ਆਪਣੀ ਜ਼ਿੰਦਗੀ ਨੂੰ ਬਚਾ। ਤੇ ਜਿਹੜਾ ਕੇਜਰੀਵਾਲ ਸਾਹਿਬ ਕਹਿ ਰਹੇ ਨੇ ਕਿ ਹੁਣ ਵੇਚ ਕੇ ਦਿਖਾਓ ਨਸ਼ਾ, ਮੈਂ ਆ ਗਿਆ, ਮੈਂ ਐ ਕਰ ਦੂੰ ਉਹ ਕਰ ਦੂੰ, ਉਹ ਇਹ ਦਮਗਜੇ ਜਿਹੜੇ ਮਾਰ ਰਹੇ ਨੇ ਦਿੱਲੀ ਵਾਲੇ ਲਾਲੇ ਇੱਥੇ ਆ ਕੇ, ਇਹਨਾਂ ਨੂੰ ਕਿੱਦਾਂ ਦੇਖਦੇ? ਭਾਜੀ ਮੈਂ ਤੁਹਾਨੂੰ ਸੌਖੀ ਜਿਹੀ ਉਦਾਹਰਨ ਦਿੰਦਾ ਵੀ ਇਹਨਾਂ ਦਾ ਕੁੰਵਰ ਵਿਜੇ ਪ੍ਰਤਾਪ ਐਮਐਲਏ ਜਿਹੜਾ ਅੰਮ੍ਰਿਤਸਰ ਤੋਂ, ਉਹਨਾਂ ਨੇ ਸਿੱਧਾ ਹੀ ਰਾਘਵ ਚੱਡੇ ਦਾ ਨਾਂ ਲੈ ਕੇ ਕਿਹਾ ਸੀ ਵੀ ਆ ਜਿਹੜੇ ਵੱਡੇ ਅਫਸਰ ਕਈ ਉੱਥੇ ਅੰਮ੍ਰਿਤਸਰ ਵਿੱਚ ਲਾਏ ਆ ਇਹ ਸਿੱਧੇ ਉਹਨੂੰ ਪੈਸੇ ਦਿੰਦੇ ਆ, ਤੇ ਇਹਨਾਂ ਦੇ ਬੰਦੇ ਨੇ ਕਿਹਾ ਸੀ। ਉਹ ਕਹਿਣ ਦਾ ਮਤਲਬ ਵੀ ਪਹਿਲਾਂ ਉੱਥੇ ਦਿੱਲੀ ਇਹਨਾਂ ਦੀ ਸਰਕਾਰ ਸੀ, ਉੱਥੋਂ ਕੋਈ ਸੈਟਿੰਗ ਨਾਲ ਚੱਲਦਾ ਹੋਊਗਾ ਸਿਸਟਮ, ਹੁਣ ਸਰਕਾਰ ਚੱਲ ਗਈ, ਉੱਥੇ ਬੀਜੇਪੀ ਦਾ ਦਬਦਬਾ ਹੋ ਗਿਆ, ਤੇ ਉਹ ਜਿੱਦਾਂ ਹੁਣ ਲਾ ਲਓ ਵੀ ਪੰਜਾਬ ਵਿੱਚ ਇਹ ਨਸ਼ੇ ਦੀ ਖਪਤ ਹੁੰਦੀ ਸਾਰੀ ਬਾਰਡਰੋਂ ਪਾਰ ਤੋਂ ਹੀ ਨਹੀਂ ਹੁੰਦੀ, ਦਿੱਲੀੋਂ ਬਹੁਤ ਨਸ਼ਾ ਹੁੰਦਾ ਆ, ਕਿਉਂਕਿ ਅਸੀਂ ਆਪ ਕਰਦੇ ਨੇ, ਸਾਨੂੰ ਪਤਾ। ਅਸੀਂ ਜਦੋਂ ਕਰਦੇ ਹੁੰਦੇ ਸੀ ਸਾਨੂੰ ਤਾਂ ਜਦੋਂ ਪਹਿਲੀ ਲੀਕ ਲਾ ਕੇ ਪਤਾ ਲੱਗ ਜਾਂਦਾ ਹੁੰਦਾ ਸੀ ਵੀ ਇਹ ਜਿਹੜਾ ਨਸ਼ਾ ਆ ਇਹ ਪਾਰ ਵਾਲਾ ਆ ਕਿ ਇਹ ਦਿੱਲੀ ਵਾਲਾ ਆ। ਅੱਛਾ, ਹਾਂ, ਤੇ ਉਹ ਜਦ ਦਿੱਲੀੋਂ ਉਦੋਂ ਨਹੀਂ ਤੁਸੀਂ ਬੰਦ ਕਰਾਇਆ ਜਦ ਤੁਹਾਡੀ ਉੱਥੇ ਸਰਕਾਰ ਸੀ, ਹੁਣ ਤੁਸੀਂ ਸਵਾਹ ਬੰਦ ਕਰਾਉਣਾ, ਜੇਲ੍ਹਾਂ 'ਚ ਬੰਦ ਕਰਾ ਲਓ ਜੇ ਇੰਨੇ ਜੋਗੇ ਹੈਗੇ ਆ ਤਾਂ ਇੰਨਾ ਹੀ ਬਹੁਤ ਆ ਤੁਹਾਡੇ ਲਈ। ਮਾਨ ਸਾਹਿਬ ਇਦਾਂ ਨਹੀਂ ਗੱਲਾਂ ਚੱਲਣੀਆਂ ਜਿੱਦਾਂ ਤੁਸੀਂ ਲੱਗੇ ਆ, ਜੇ ਕਰਨੀਆਂ ਤਾਂ ਤੁਹਾਨੂੰ ਪੂਰੇ ਪੱਕੇ ਪੈਰੀ, ਕਿਉਂਕਿ ਅਸੀਂ ਪੰਜਾਬੀ ਆ, ਪੰਜਾਬ ਦੇ ਨੌਜਵਾਨ ਆ ਤੇ ਉਸ ਦਰਦ ਵਿੱਚੋਂ ਨਿਕਲੇ ਆ। ਸਾਡੇ ਦਿਲ ਵਿੱਚ ਇੱਕ ਦਰਦ ਆ ਵੀ ਸਾਡੇ ਪੰਜਾਬ ਵਿੱਚੋਂ ਨਸ਼ਾ ਬੰਦ ਕਰਨਾ ਹੋਣਾ ਚਾਹੀਦਾ। ਜੇ ਭਾਈ ਵੀ ਘਰ ਢਾਹ ਕੇ ਨਸ਼ਾ ਬੰਦ ਹੁੰਦਾ ਨਾ, ਫਿਰ ਮੈਂ ਤੁਹਾਡੇ ਮੂਹਰੇ ਅਪੀਲ ਕਰਦਾ ਸਾਰੇ ਪੰਜਾਬ ਦੇ ਘਰ ਢਾਹ ਦਿਓ, ਪੰਜਾਬ ਚੋਂ ਨਸ਼ਾ ਬੰਦ ਹੋਣਾ ਚਾਹੀਦਾ। ਭਾਵੇਂ ਸਾਰਾ ਪੰਜਾਬ ਦੇ ਘਰ ਢਾਹ ਦਿਓ, ਕੋਈ ਚੱਕਰ ਨਹੀਂ, ਜੇ ਉਦਾਂ ਨਸ਼ਾ ਬੰਦ ਹੁੰਦਾ, ਪਰ ਉਦਾਂ ਨਸ਼ਾ ਬੰਦ ਨਹੀਂ ਹੋਣਾ। ਉਹ ਹੱਲ ਹੈ ਨਹੀਂਗਾ, ਜਿਹੜਾ ਮਤਲਬ ਹੱਲ ਆ ਉਹਦੇ ਉੱਤੇ ਤੁਸੀਂ ਨਹੀਂ ਕੰਮ ਕਰ ਰਹੇ। ਤੁਸੀਂ ਇੱਧਰਲੀਆਂ ਤੁਸੀਂ ਦੇਖਦੇ ਹੋ ਸਾਡੇ ਨੰਬਰ ਲੋਕਾਂ ਵਿੱਚ ਕਿੱਥੋਂ ਬਣੂਗਾ। ਉਹੀ ਮੈਂ ਗੱਲ ਕਹਿ ਰਿਹਾ ਵੀ ਕੰਟੈਂਟ ਕ੍ਰੀਏਸ਼ਨ ਜ਼ਿਆਦਾ ਹੋ ਰਹੀ ਹੈ। ਜਦੋਂ ਵੀਡੀਓ ਵਾਇਰਲ ਹੋਊਗੀ ਲੋਕ ਕਹਿਣਗੇ ਵੀ ਵਾਹ ਵਾਹ ਪੰਜਾਬ ਸਰਕਾਰ ਨੇ। ਇਹ ਵੀ ਬਹੁਤ ਤਰਾਸਦੀ ਹੈ ਸਾਡੇ ਲੋਕਾਂ ਦੀ ਕਿ ਅਸੀਂ ਬਿਨਾਂ ਸੋਚੇ ਤੇ ਉਸ ਚੀਜ਼ ਦੇ ਇਫੈਕਟ ਨੂੰ ਸਮਝਿਆ ਸਰਕਾਰ ਦੇ ਹੱਕ 'ਚ ਭੁਗਤ ਰਹੇ ਹਾਂ। ਇਹ ਕਹਿ ਰਹੇ ਹਾਂ ਵੀ ਬਹੁਤ ਵਧੀਆ ਕਰ ਰਹੀ ਹੈ ਸਰਕਾਰ। ਇਹ ਵੀ ਤਾਂ ਸਾਡੀ ਮਾਨਸਿਕ ਗੁਲਾਮੀ ਦੀ ਇੱਕ ਗੱਲ ਹੈ ਨਾ। ਅੰਤ ਦੇ ਵਿੱਚ ਮੈਂ ਇਹ ਗੱਲ ਜ਼ਰੂਰ ਜੋੜ ਦਿਆਂ, ਤੁਸੀਂ ਵੀ ਜੇ ਕੋਈ ਇਸ 'ਤੇ ਕੁਛ ਕਹਿਣਾ ਚਾਹੁੰਦੇ ਹੋ ਕਹਿ ਸਕਦੇ ਹੋ ਬਾਈ, ਤੁਸੀਂ ਵੀ ਇਸ ਤੇ ਜ਼ਰੂਰ ਰਾਏ ਦਿਓ ਕਿ ਜਿਹੜੇ IAS ਅਫਸਰ ਵੱਡੇ ਵੱਡੇ ਭਰਤੀ ਕੀਤੇ ਹੁੰਦੇ ਨੇ, ਇੰਨੀਆਂ ਇੰਟਰਵਿਊਜ਼, ਇੰਨੇ ਵਧੀਆ ਪੇਪਰ ਦੇ ਕੇ, ਇੰਨੀ ਸਟੱਡੀ ਹੁੰਦੀ ਹੈ ਵਰਲਡ ਲੈਵਲ ਦੀ ਉਹਨਾਂ ਦੀ, ਫਿਰ ਜਾ ਕੇ ਇੱਕ IAS IPS ਬਣਦਾ। ਉਹਨਾਂ ਤੋਂ ਕੋਈ ਠੋਸ ਤਰੀਕਾ ਨਹੀਂ ਹੈ, ਸਿਰਫ ਜੁਮਲੇਬਾਜ਼ੀ ਵਾਲੇ ਕੰਮਾਂ ਤੋਂ ਵੀ ਘਰ ਢਾਹ ਦਿਓ। ਇਹ ਤਾਂ ਤੁਸੀਂ ਸਿੱਧਾ ਕਾਨੂੰਨ ਦੇ ਅਗੇਂਸਟ ਜਾ ਰਹੇ ਹੋ। ਜਿਸ ਕਾਨੂੰਨ ਦੇ ਤਹਿਤ ਤੁਸੀਂ ਕੁਰਸੀ ਤੇ ਬੈਠੇ ਹੋ, ਜਿਸ ਕਾਨੂੰਨ ਦੇ ਤਹਿਤ ਤੁਹਾਨੂੰ ਨੌਕਰੀ ਮਿਲੀ ਹੈ, ਤੁਸੀਂ ਉਸੇ ਕਾਨੂੰਨ ਨੂੰ ਛਿੱਕੇ ਟੰਗ ਕੇ ਘਰ ਢਾਹ ਰਹੇ ਹੋ, ਇਨਕਾਊਂਟਰ ਕਰ ਰਹੇ ਹੋ। ਕਿ ਕੋਈ ਠੋਸ ਤਰੀਕਾ ਨਹੀਂ ਬਣਾ ਪਾ ਰਹੇ ਜਾਂ ਉਹਨਾਂ ਤੋਂ ਐਡਾ ਦਿਮਾਗ ਹੀ ਹੈ ਨਹੀਂ IPS IAS ਅਫਸਰਾਂ ਦੇ ਕੋਲੋਂ ਵੀ ਉਹ ਕੁਝ ਕਰ ਸਕਣ। ਵਧੀਆ ਤਰੀਕੇ ਦੀ ਨੀਤੀ ਦੀ ਮੈਂ ਗੱਲ ਕਰ ਰਿਹਾ। ਸਾਡੇ ਜਿਹੜੇ ਨਾ IPS ਜਾਂ ISI ਜਿਹੜੇ ਜਿੰਨੇ ਵੀ ਵਧੀਆ IAS ਜਿਹੜੇ ਵਧੀਆ ਪੜ੍ਹੇ ਲਿਖੇ ਆ ਸਾਡੇ ਜਿਹੜੇ ਅਫਸਰ ਆ, ਬੜੇ ਕਾਬਿਲ ਆ, ਉਹਨਾਂ ਕੋਲ ਸਭ ਕੁਝ ਹੈਗਾ। ਪਰ ਚੱਕਰ ਵਿੱਚੋਂ ਇਹ ਆ ਵੀ ਰਿਮੋਟ ਸਰਕਾਰ ਦੇ ਹੱਥ 'ਚ ਆ ਨਾ। ਇਹ ਤਾਂ ਉਹ ਤਾਂ ਜਿੱਧਰ ਨੂੰ ਚਲਾਉਣਗੇ ਇਹ ਉਹਨਾਂ ਨੂੰ ਤਾਂ ਉੱਦਾਂ ਹੀ ਚੱਲਣਾ। ਸਰਕਾਰ 'ਚ ਕਿਹਦੇ ਹੱਥ ਤੁਹਾਨੂੰ ਜ਼ਿਆਦਾ ਲੱਗਦਾ, ਮਾਨ ਸਾਹਿਬ ਦੇ ਜਾਂ ਫਿਰ ਲਾਲਿਆਂ ਦੇ? ਨਹੀਂ, ਮਾਨ ਸਾਹਿਬ ਤੇ ਹੁਣ ਜਿੱਦਾਂ ਮਤਲਬ ਥਾਪੜਾ ਮਿਲ ਗਿਆ ਨਾ ਉਹਨਾਂ ਨੂੰ, ਜਿਹੜਾ ਧਰਨਾ ਚੁਕਾਇਆ ਆ, ਉਹ ਜਦੋਂ ਪਹਿਲਾਂ ਕੇਜਰੀਵਾਲ ਨੇ ਬਿਆਨ ਨਹੀਂ ਦਿੱਤਾ ਸੀ ਵੀ ਅਗਲੇ 5 ਸਾਲ ਤੱਕ ਵੀ ਇਹ ਸਾਡੀ ਸਰਕਾਰ ਹੁੰਦੀ ਤੇ ਇਹ ਰਹੂਗਾ, ਉਹ ਕਾਰਨ ਹੀ ਇਹ ਸੀਗਾ ਵੀ ਕਿਉਂਕਿ ਇਹਨਾਂ ਦੀ BJP ਨਾਲ ਡੀਲ ਹੋਈ ਸੀ। ਨਹੀਂ ਤੇ ਲਾਲਾ ਜੀ ਨੂੰ ਤੇ ਆਪਣੇ ਸਸੋਦੀਆ ਸਾਹਿਬ ਨੂੰ ਤਾਂ ਜਿਹੜੇ ਇਹਨਾਂ ਦੇ ਹੋਰ 2-4 ਲੀਡਰ ਆ, ਨਵੇਂ ਪਰਚੇ ED ਦੇ ਪਾ ਕੇ ਤੇ ਇਹਨਾਂ ਨੂੰ ਅੰਦਰ ਕਰਾਂਗੇ। ਉਹਦੇ ਏਵਜ ਵਿੱਚ ਜਾਂ ਤੁਸੀਂ ਧਰਨਾ ਚੱਕ ਦਿਓ ਜਾਂ ਉਹਨਾਂ ਨੂੰ ਅੰਦਰ ਜਾਣਾ ਪਊਗਾ। 2 ਆਪਸ਼ਨਾਂ ਸੀ ਆਪਣੇ ਮਾਨ ਸਾਹਿਬ ਤੁਹਾਡੇ ਕੋਲ, ਤੇ ਤੁਸੀਂ ਫੇ ਆਪਣੇ ਜਿਹੜੇ ਆਪਣੇ ਵੱਡੇ ਘਰ ਵਾਲੇ ਤੁਹਾਡੇ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਤੇ ਤੁਸੀਂ ਇਹ ਨਹੀਂ ਦੇਖਿਆ ਵੀ ਸਾਡੇ ਪੰਜਾਬ ਨੂੰ ਕਿੱਦਾਂ ਬਚਾਉਣਾ ਆ। ਮਾੜਾ ਭਰਾਵਾ ਤੇ ਭਗਵੰਤ ਸਿਆ ਕੋਈ ਸੋਚ ਲਾ ਭਰਾਵਾ, ਪੰਜਾਬ ਦਾ ਥੋੜਾ ਟਾਈਮ ਰਹਿ ਗਿਆ ਤੇਰਾ 1.5 ਸਾਲ, ਮਤਲਬ ਕੋਈ ਮਾੜੀ ਮੋਟੀ ਛਾਪ ਛੱਡ ਜਾ ਭਰਾਵਾ, ਕੋਈ ਨਸ਼ੇ ਬੰਦ ਕਰ ਲਾ, ਕੋਈ ਪੰਜਾਬ ਦਾ ਕੋਈ ਭਲਾ ਕਰ ਲਾ। ਨਹੀਂ ਤਾਂ ਫਿਰ ਤੈਨੂੰ ਪਤਾ ਹੀ ਆ ਵੀ ਲੋਕਾਂ ਨੇ ਤੇ ਉਹ
ਖੂੰਜੇ ਲਾਤੇ ਜਿਹੜੇ ਕਹਿੰਦੇ ਹੁੰਦੇ ਸੀ ਵੀ ਸਾਡੇ ਤੋਂ ਬਗੈਰ ਪੰਜਾਬ ਵਿੱਚ ਪੱਤਾ ਨਹੀਂ ਹਿਲਦਾ। ਸੋ ਇਹ ਸਮਾਂ ਜਿਹੜਾ ਸਾਰਾ ਕੁਝ ਬਦਲ ਦਿੰਦਾ। ਬਹੁਤ ਬਹੁਤ ਧੰਨਵਾਦ। ਸੋ ਇਹ ਸਨ ਸੁਖਜੌਲ ਤੇ ਮੌਂਟੀ ਮਾਨ ਹੋਣੀ ਬਾਈ, ਜਿਨ੍ਹਾਂ ਨੇ ਗੱਲਬਾਤ ਯੁੱਧ ਨਸ਼ਿਆਂ ਵਿਰੁੱਧ ਦੇ ਉੱਪਰ ਰੱਖੀ ਹੈ। ਕੀ ਕੁਝ ਹੋ ਰਿਹਾ ਹੈ ਤੇ ਕਿਵੇਂ ਠੀਕ ਹੋ ਸਕਦਾ ਹੈ, ਉਸ ਤੇ ਵੀ ਥੋੜੀ ਗੱਲ ਕਰਨ ਦੀ, ਚਾਨਣਾ ਪਾਉਣ ਦੀ ਕੋਸ਼ਿਸ਼ ਕੀਤੀ ਹੈ। ਤੁਸੀਂ ਵੀ ਆਪਣੇ ਵਿਚਾਰ ਰਾਏ ਟਿੱਪਣੀਆਂ ਜ਼ਰੂਰ ਸਾਂਝੇ ਕਰਿਓ। ਜੁੜੇ ਰਹੋ ਪੰਜਾਬੀ ਰੇਡੀਓ ਤੇ ਪੰਜਾਬੀ TV USA ਦੇ ਨਾਲ। ਧੰਨਵਾਦ। ਸਤਿ ਸ਼੍ਰੀ ਅਕਾਲ।